श्री वाहिगुरु साहिब जी। गुरु नानक अंगद गुरु अमरदास पद बंद। रामदास अर्जुन गुरु वर श्री हरगोबिंद। हरि राय हर कृष्ण गुर तेग बहादुर चंद। दसवें गोबिंद सिंह गुर नमो चरने अरविंद। जिसमें अमृत ज्ञान है माणक भगत वैराग। गुरु ग्रंथ साहिब उदद बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह। विघ्न विनाशन सोए। कहाँ बुद्ध प्रभ तुष हमारी वर्ण सकै महिमा जो तिहारी। हम ना सकत कर सिफत तुम्हारी। आप ले हो तुम कथा सुधारी। वाहिगुरु जी। जो शुभ होए मान है कहियो। दीन बिकै आवहि चित चाहियो। सो हम भ्राता केर समान। सर्ब रीत लै सुखन महान। वाहिगुरु जी का खालसा वाहिगुरु जी की फतेह। गरीब नवाज तखत चावर छत्र दे मालक जुगो जुग अटल। धन धन सतगुरु साहिब श्री गुरु ग्रंथ साहिब सच्चे पातशाह जी महाराज। सतगुरु जी की पावन पवित्र हजूरी अंदर शहीदां दे सरताज पंचम पातशाह धन धन सतगुरु साहिब श्री गुरु अर्जुन देव साहिब सच्चे पातशाह जी की पावन पवित्र हजूरी अंदर गुरु अर्जुन देव साहिब सच्चे पातशाह जी की चरण छो प्राप्त पावन पवित्र अस्थान गुरुद्वारा पातशाही पंजवी चोला साहिब विखे शाम दे दीवान दियाँ हाजरियाँ भर रहे सरबत माई भाई वडभागी हो। सतगुरु साहिब सच्चे पातशाह जी की महान कृपा रहमत का सदका
ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਸਿੱਖ ਸੰਗਤਾਂ ਸਰਵਣ ਕਰਦੇ ਹੋ। ਕੱਲ੍ਹ ਦੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਪ੍ਰੇਤ ਦਾ ਉਧਾਰ ਸਤਿਗੁਰੂ ਜੀ ਨੇ ਕੀਤਾ ਔਰ ਗੰਨਾ ਚੂਪ ਕੇ ਜਿਹੜੀਆਂ ਛਿੱਲਾਂ ਸਤਿਗੁਰੂ ਜੀ ਨੇ ਬਾਹਰ ਪਾਸੇ ਸੁੱਟੀਆਂ ਸਨ, ਉਧਰ ਗੁਰੂ ਸਾਹਿਬ ਜੀ ਦੇ ਨਾਲ ਦੇ ਸਿੱਖ, ਉਹਨਾਂ ਵਿੱਚੋਂ ਇੱਕ ਸਿੱਖ ਨੇ ਉਹ ਚੂਪਣਾ ਕੀਤੀਆਂ ਤੇ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਉਸ ਸਿੱਖ ਦੇ ਅੰਦਰ ਬਹੁਤੀ ਸ਼ਕਤੀ ਆਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਰਾਤ ਬਤੀਤ ਕੀਤੀ। ਸਵੇਰ ਹੋਈ, ਸਿਪਾਹੀ ਆਏ ਨੇ ਸਤਿਗੁਰੂ ਜੀ ਨੂੰ ਲੈਣ ਵਾਸਤੇ ਤੇ ਬੜੇ ਹੈਰਾਨ ਹੋਏ ਵੀ ਇਹਨਾਂ ਨੂੰ ਤੇ ਦੇ ਨੇ ਕੁਛ ਆਖਿਆ ਹੀ ਨਹੀਂ, ਨਾ ਇਹ ਡਰੇ ਹੀ ਨੇ। ਉਸ ਵੇਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਸਤਿਗੁਰੂ ਜੀ ਨੂੰ ਮਿਲੇ, ਕਿਉਂਕਿ ਉਸ ਹਵੇਲੀ 'ਚੋਂ ਬਾਹਰ ਆਏ ਸਤਿਗੁਰੂ ਜੀ। ਉਹ ਸਿੱਖ ਜਿਹਦੇ ਅੰਦਰ ਸ਼ਕਤੀ ਪ੍ਰਵੇਸ਼ ਕਰ ਗਈ, ਉਸ ਨੂੰ ਬੜਾ ਮਾਣ ਆਇਆ ਆਪਣੇ ਆਪ 'ਤੇ ਕਿ ਮੈਂ ਤੇ ਬਹੁਤ ਵੱਡਾ ਹਾਂ। ਔਰ ਇੰਨੀ ਸ਼ਕਤੀ ਦਾ ਮਾਲਕ ਹਾਂ, ਜੋ ਚਾਹਾਂ ਕਰ ਸਕਦਾ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਮਹਾਰਾਜ ਆਪਣੇ ਵਿੱਚ ਤਾਂ ਸ਼ਕਤੀ ਬਹੁਤ ਜ਼ਿਆਦਾ, ਆਪਾਂ ਕਿਉਂ ਇਹਨਾਂ ਤੋਂ ਨਰਾਦਰ ਸਹਾਰਦੇ ਹਾਂ। ਸੱਚੇ ਪਾਤਸ਼ਾਹ ਤੁਸੀਂ ਹੁਕਮ ਕਰੋ। ਇੱਕ ਹੱਥ ਦੇ ਵਿੱਚ ਦਿੱਲੀ ਚੁੱਕ ਲਵਾਂਗਾ, ਦੂਜੇ ਹੱਥ ਦੇ ਵਿੱਚ ਲਾਹੌਰ, ਦੋਵਾਂ ਦਾ ਆਪਸ ਵਿੱਚ ਭੇੜ ਕਰਾ ਦਿਆਂਗਾ। ਇਹ ਜਿਹੜੇ ਦੁਸ਼ਟ ਲੋਕ ਤੁਹਾਡਾ ਨਰਾਦਰ ਕਰਨਾ ਚਾਹੁੰਦੇ ਨੇ, ਇਹਨਾਂ ਦਾ ਨਾਸ ਕਰਦਿਆਂ ਇਹਨਾਂ ਦੇ ਪਰਿਵਾਰ ਨਾਸ ਕਰਦਿਆਂ ਤੁਸੀਂ ਹੁਕਮ ਕਰੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਸਿੱਖ ਵੱਲ ਵੇਖਦੇ ਤੇ ਸਤਿਗੁਰੂ ਜੀ ਨੇ ਕੋਲ ਬੁਲਾਇਆ, ਉਹਦੀ ਬਾਂਹ ਫੜੀ। ਸਤਿਗੁਰੂ ਜੀ ਨੇ ਸਾਰੀ ਸ਼ਕਤੀ ਉਸ ਦੀ ਖਿੱਚ ਲਈ, ਖਾਲੀ ਰਹਿ ਗਿਆ, ਖਾਲੀ। ਜਿਸ ਤਰ੍ਹਾਂ ਗੰਨੇ ਨੂੰ ਕੋਹਲੂ 'ਚ ਨਪੀੜ ਦਈਏ ਤੇ ਰਸ ਨਿਕਲ ਜਾਵੇ ਤੇ ਖੋਰੀ ਖਾਲੀ ਰਹਿ ਜਾਂਦੀ ਨਾ, ਇਸ ਤਰ੍ਹਾਂ ਦੀ ਹਾਲਤ ਹੋਈ। ਜਦੋਂ ਇਸ ਤਰ੍ਹਾਂ ਦਾ ਹੋ ਗਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਪਿਆਰਿਆ ਅਸੀਂ ਹੁਕਮ ਕਰਦੇ ਹਾਂ ਵੀ ਜੋ ਤੂੰ ਕਰਨਾ ਚਾਹੁੰਦਾ ਕਰ ਲਾ। ਇੱਕ ਹੱਥ 'ਚ ਲਾਹੌਰ ਫੜ, ਦੂਜੇ 'ਚ ਦਿੱਲੀ ਭੇਟ ਦੇ ਆਪਸ 'ਚ ਦੋਵਾਂ ਨੂੰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਚਨ ਸੁਣ ਕੇ ਤੇ ਚਰਨਾਂ 'ਤੇ ਢਹਿ ਪਿਆ, ਕਹਿੰਦਾ ਮਹਾਰਾਜ ਸ਼ਕਤੀ ਤੇ ਮੇਰੀ ਸਾਰੀ ਤੁਸੀਂ ਖਿੱਚ ਲਈ, ਹੁਣ ਨਹੀਂ ਮੈਂ ਕੁਛ ਕਰਨ ਜੋਗਾ। ਜਦੋਂ ਮੈਂ ਕਹਿੰਦਾ ਸਾਂ ਨਾ, ਉਦੋਂ ਮੇਰੇ ਵਿੱਚ ਸਮਰੱਥਾ ਸੀ, ਮੈਂ ਕਰ ਸਕਦਾ ਸਾਂ, ਪਰ ਹੁਣ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਸਿੱਖ ਨੂੰ ਕਹਿਣ ਲੱਗੇ ਵੀ ਇਹ ਅਸੀਂ ਤੈਨੂੰ ਦਿੱਤੀ ਸੀ ਸ਼ਕਤੀ, ਕਿਉਂਕਿ ਤੇਰੇ ਮਨ ਦੇ ਵਿੱਚ ਅਸ਼ਰਧਾ ਆ ਜਾਣੀ ਸੀ ਜੇ ਨਾ ਦਿੰਦੇ ਤਾਂ। ਤੂੰ ਸਮਝਦਾ ਸਾਂ ਵੀ ਗੁਰੂ ਸਾਹਿਬ ਜੀ ਇੰਨੇ ਕਸ਼ਟ ਸਹਾਰਦੇ ਪਏ ਨੇ,
ਇਹਨਾਂ ਵਿੱਚ ਸ਼ਕਤੀ ਕੋਈ ਨਹੀਂ, ਇਸ ਕਰਕੇ ਤੈਨੂੰ ਸ਼ਕਤੀ ਦਿੱਤੀ। ਤੇ ਵੇਖ, ਸਮੁੰਦਰ ਦੇ ਵਿੱਚੋਂ ਇੱਕ ਬੂੰਦ ਪਾਸੇ ਕਰ ਦਈਏ ਤੇ ਸਮੁੰਦਰ ਘਟ ਤੇ ਨਹੀਂ ਜਾਂਦਾ। ਇੱਕ ਬੂੰਦ ਸਮੁੰਦਰ ਦੇ ਵਿੱਚ ਪੈ ਜਾਵੇ ਤੇ ਸਮੁੰਦਰ ਉਛਲ ਨਹੀਂ ਜਾਂਦਾ। ਤੈਨੂੰ ਇੱਕ ਬੂੰਦ ਮਾਤਰ ਅਸੀਂ ਸ਼ਕਤੀ ਦਿੱਤੀ ਤੇ ਤੂੰ ਇੰਨਾ ਮਾਣ ਵਿੱਚ ਆ ਗਿਆ। ਜਿਨ੍ਹਾਂ ਦੇ ਕੋਲੋਂ ਤੈਨੂੰ ਮਿਲੀ ਕੀ ਉਹਨਾਂ ਦੇ ਵਿੱਚ ਨਹੀਂ ਸੀ ਹੈਗਾ ਕੱਖ ਵੀ, ਉਹ ਨਹੀਂ ਜਾਣਦੇ ਕੁਛ ਵੀ। ਪਰ ਨਹੀਂ, ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ, ਅਜਰ ਵਸਤੂ ਨੂੰ ਜਰ ਕੇ ਰੱਖਣਾ, ਇਹੋ ਹੀ ਤਾਂ ਗੁਰਸਿੱਖੀ ਹੈ। ਨਹੀਂ ਤੇ ਬੰਦੇ ਦੇ ਹੱਥ ਵਿੱਚ ਮਾੜੀ ਜੀ ਸ਼ਕਤੀ ਆ ਜਾਵੇ, ਸਹੀ ਕਿਸੇ ਤਰ੍ਹਾਂ ਦੀ ਵੀ ਹੋਵੇ, ਇਹ ਤੇ ਭੁੜਕ ਡੰਡਿਆਂ ਪਹਾੜ ਹੁੰਦਾ, ਕਹਿੰਦਾ ਵੀ ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦਾ ਨਹੀਂ ਬਣਨਾ ਕਿ ਥੋੜ੍ਹੀ ਜਿਹੀ ਸ਼ਕਤੀ ਆ ਗਈ ਤੇ ਉਸੇ ਵੇਲੇ ਹੀ ਹੰਕਾਰ ਕਰਨ ਲੱਗ ਪੈਣਾ। ਇਹ ਗੱਲ ਠੀਕ ਨਹੀਂ। ਇਹਨੂੰ ਜਰ ਕੇ ਰੱਖਣਾ, ਫਿਰ ਹੀ ਸ਼ੋਭਾ ਤੇ ਵਡਿਆਈ ਮਿਲਦੀ ਹੈ। ਪਰ ਇਹ ਵੀ ਪਰਮੇਸ਼ਰ ਦੀ ਕਿਰਪਾ ਹੋਵੇ ਜਿਹਦੇ ਤੇ ਉਹੋ ਹੀ ਜਰ ਸਕਦਾ, ਦੂਜਾ ਜਰ ਵੀ ਨਹੀਂ ਜੇ ਸਕਦਾ। ਆ ਕਈਆਂ ਨੂੰ ਵੇਖਿਆ ਮਾੜੀ ਮੋਟੀ ਜੀ ਪਾਵਰ ਮਿਲ ਜਾਂਦੀ ਹੈ, ਨਿੱਕੀ ਮੋਟੀ ਕੁਰਸੀ ਮਿਲ ਗਈ ਤੇ ਦੂਜਿਆਂ ਨੂੰ ਸਮਝਦਾ ਹੀ ਕੱਖ ਨਹੀਂ। ਆਪਣੀ ਕੁਰਸੀ ਦੀ ਧੌਂਸ ਦਿਖਾਉਣ ਲੱਗ ਪੈਂਦਾ ਵੀ ਮੈਂ ਹੈਗਾ ਕੁਛ, ਪਰ ਇੰਨਾ ਨਹੀਂ ਪਤਾ ਵੀ ਇਹ ਜੇ ਸ਼ਕਤੀ ਮਿਲ ਜਾਵੇ ਨਾ, ਪਾਵਰ ਮਿਲ ਜਾਵੇ ਤੇ ਉਹਨੂੰ ਜਰ ਕੇ ਰੱਖੀਦਾ, ਕਿਸੇ ਚੰਗੇ ਕੰਮ ਤੇ ਲਾਈਦਾ, ਐਵੇਂ ਵਿਅਰਥ ਨਹੀਂ ਉਹਨੂੰ ਬਰਬਾਦ ਕਰ ਲਈਦਾ। ਪਰ ਵਸਦੀ ਉਹਨਾਂ ਦੇ ਵੀ ਨਹੀਂ, ਉਹਨਾਂ ਨੂੰ ਜਰਨ ਦੀ ਸ਼ਕਤੀ ਨਹੀਂ ਦਿੱਤੀ ਉਹਨੇ, ਤੇ ਕਰੇ ਵੀ ਕੀ ਉਹ ਵਿਚਾਰਾ। ਹੁਣ ਘਿਓ ਖਾਣਾ ਇੱਕ ਪਾਵਰ ਹੈ ਘਿਓ ਦੇ ਵਿੱਚ, ਪਰ ਖਾਣ ਵਾਲੇ ਦੇ ਵਿੱਚ ਵੀ ਤੇ ਸਮਰੱਥਾ ਹੋਣੀ ਚਾਹੀਦੀ ਉਹਨਾਂ ਨੂੰ ਪਚਾਉਣ ਦੀ। ਤੇ ਜੇ ਉਹਦੇ ਵਿੱਚ ਪਚਾਉਣ ਦੀ ਸਮਰੱਥਾ ਹੀ ਨਹੀਂ, ਜਿੰਨਾ ਮਰਜ਼ੀ ਖਾਈ ਜਾਵੇ, 2 ਚਮਚੇ ਮਗਰੋਂ ਖਾਂਦਾ, ਦਸਤ ਪਹਿਲਾਂ ਲੱਗ ਜਾਂਦੇ, ਫਿਰ ਖਾਊਗਾ ਕੀ। ਤੇ ਜਿਹੜਾ ਉਹਨੂੰ ਪਚਾਉਣ ਦਾ ਮਾਦਾ ਰੱਖਦਾ ਹੈ, ਸ਼ਕਤੀ ਰੱਖਦਾ ਹੈ, ਉਹਦੇ ਅੰਦਰ ਸ਼ਕਤੀ ਭਰਪੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਥੋੜ੍ਹੀ ਜਿਹੀ ਪਾਵਰ ਆ ਜਾਵੇ ਤੇ ਉਹਨੂੰ ਪਚਾ ਲਵੇ ਨਾ, ਜਰ ਜਾਵੇ, ਪਰਮੇਸ਼ਰ ਹੋਰ ਕਿਰਪਾ ਕਰ ਦਿੰਦਾ, ਹੋਰ ਸਮਰੱਥਾ ਉਹਨੂੰ ਦੇ ਦਿੰਦਾ ਵੀ ਇੰਨੀ ਕੁ ਚੱਲ ਗਿਆ, ਹੋਰ ਦਿਓ। ਤੇ ਜਿਹੜਾ ਉਹ ਥੋੜ੍ਹੀ ਜਿਹੀ ਲੈ ਕੇ ਭੁੜਕ ਜਾਵੇ ਵੀ ਮੈਂ ਐਂ ਕਰ ਦੂੰ, ਮੈਂ ਇਉਂ ਕਰ ਦੂੰ, ਬਸ ਕੀ ਨਹੀਂ, ਮੁੜ ਕੇ ਉਹਨੂੰ ਕੱਖ ਵੀ ਮਿਲਦਾ। ਉਹਨੂੰ ਪਤਾ ਵੀ ਇਹਦੇ ਪੱਲੇ ਕੱਖ ਨਹੀਂ, ਇਹ ਤੇ ਪਹੁੰਚਾਉਣ ਜੋਗਾ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ, ਸਭ ਕੁਝ ਕੋਲ ਹੁੰਦਿਆਂ ਵੀ ਜਰ ਕੇ ਰੱਖਣਾ, ਇਹ ਗੁਰਸਿੱਖੀ ਹੈ। ਉਸ ਸਿੱਖ ਨੇ ਸਤਿਗੁਰੂ ਜੀ ਤੋਂ ਮਾਫੀ ਮੰਗੀ। ਸਿਪਾਹੀ ਕਹਿਣ ਲੱਗੇ ਜੀ ਚਲੋ, ਸਤਿਗੁਰੂ ਸਾਹਿਬ ਜੀ ਉਹਨਾਂ ਨਾਲ ਚੱਲ ਪਏ। ਕਵੀ ਜੀ ਨੇ ਇਸ ਤਰ੍ਹਾਂ ਲਿਖਿਆ ਵੀ ਔਰੰਗਜ਼ੇਬ ਬਾਦਸ਼ਾਹ ਨੂੰ ਮਿਲੇ, ਇਹ ਉਹਦੇ ਨਾਲ ਗੱਲਾਂ ਬਾਤਾਂ ਹੋਈਆਂ। ਕੁਝ ਇਤਿਹਾਸਕਾਰ ਇਸ ਤਰ੍ਹਾਂ ਵੀ ਲਿਖਦੇ ਵੀ ਬਾਦਸ਼ਾਹ ਵੱਲੋਂ ਹੁਕਮ ਸੀ ਵੀ ਇਹਨਾਂ ਨੂੰ ਮੁਸਲਮਾਨ ਬਣਨਾ ਮਨਾਇਆ ਜਾਵੇ, ਡਰਾ ਕੇ, ਧਮਕਾ ਕੇ, ਵੱਡੇ ਤੋਂ ਵੱਡਾ ਲਾਲਚ ਦੇ ਕੇ, ਜੇ ਨਾ ਮੰਨਣ ਤੇ ਫਿਰ ਤਲਵਾਰ ਦੇ ਨਾਲ ਇਹਨਾਂ ਦਾ ਸੀਸ ਕਲਮ ਕਰ ਦਿੱਤਾ ਜਾਵੇ। ਇਸ ਕਰਕੇ ਬਾਦਸ਼ਾਹ ਦੇ ਜਿਹੜੇ ਕਾਜੀ ਸਨ ਉਹ ਗੁਰੂ ਸਾਹਿਬ ਨਾਲ ਇਸ ਗੱਲ 'ਤੇ ਗੱਲ ਕਰਦੇ ਸਨ। ਕਵੀ ਜੀ ਨੇ ਲਿਖਿਆ ਵੀ ਬਾਦਸ਼ਾਹ ਦੇ ਨਾਲ ਹੀ ਸਤਿਗੁਰੂ ਜੀ ਦੀ ਮੁਲਾਕਾਤ ਹੋਈ। ਸਿਪਾਹੀ ਲੈ ਤੁਰੇ, ਸਤਿਗੁਰੂ ਜੀ ਚੱਲਦੇ ਚੱਲਦੇ ਪਹੁੰਚੇ ਨੇ ਕਿਲੇ ਦੇ ਦਰਵਾਜ਼ੇ ਗਾੜੀ। ਔਰ ਬੜੇ ਸੋਹਣੇ ਸ਼ਿਲਪਕਾਰਾਂ ਨੇ ਚਿੱਤਰਕਾਰੀ ਉੱਥੇ ਕੀਤੀ ਹੋਈ। ਬਹੁਤੇ ਮਨੁੱਖ ਉੱਥੇ ਖਲੋਤੇ ਹੋਏ ਆਪਣੀ ਆਪਣੀ ਗਰਜ
ਅਰਜ਼ ਪੇਸ਼ ਕਰਨ ਵਾਸਤੇ ਬਾਦਸ਼ਾਹ ਦੇ ਕੋਲ ਉਹਨਾਂ ਨੂੰ ਲੰਘਦੇ ਹੋਏ ਅੰਦਰ ਗਏ, ਜਿੱਥੇ ਕਚਹਿਰੀ ਲੱਗੀ ਹੋਈ ਦੁਸ਼ਟਾਂ ਦੀ। ਉਹ ਸਿੱਖ ਸਤਿਗੁਰੂ ਜੀ ਦੇ ਨਾਲ, ਤੇ ਉਹ ਚੌਂਕੀਦਾਰ ਜਿਹੜਾ ਸੀ ਉਹ ਵੀ ਨਾਲ ਸਤਿਗੁਰੂ ਜੀ ਦੇ ਚਲੇ ਗਏ ਅੰਦਰ। ਵੱਡੇ ਵੱਡੇ ਸਰਦਾਰ ਹਨ ਉੱਥੇ, ਬਹੁਤ ਸਾਰੇ ਹਿੰਦੂ ਤੁਰਕ ਵੇਖਣਾ ਕੀਤੇ। ਜਦੋਂ ਸਤਿਗੁਰੂ ਜੀ ਕਚਹਿਰੀ ਵਿੱਚ ਗਏ, ਸਤਿਗੁਰੂ ਜੀ ਦੇ ਬੈਠਣ ਵਾਸਤੇ ਇੱਕ ਚੌਂਕੀ ਉੱਤੇ ਵਿਛਾਈ ਕੀਤੀ ਹੋਈ, ਉਹਦੇ ਉੱਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸੱਜ ਗਏ ਨੇ। ਬਾਦਸ਼ਾਹ ਦੇ ਮਨ ਵਿੱਚ ਹੰਕਾਰ ਬਹੁਤਾ, ਔਰ ਕੁਰਸੀ ਦੀ ਪਾਵਰ ਵਿੱਚ, ਕਿਉਂਕਿ ਬਾਦਸ਼ਾਹ ਦੇ ਤਖ਼ਤ 'ਤੇ ਬੈਠਾ ਨਾ ਇਹ ਐ ਮਸਤਿਆ ਹੋਇਆ ਹੰਕਾਰ ਦੇ ਵਿੱਚ, ਆਪਣੇ ਧਰਮ ਨੂੰ ਵਧਾਉਣਾ ਚਾਹੁੰਦਾ ਹੈ, ਹਿੰਦੂ ਧਰਮ ਦਾ ਨਾਸ ਕਰ ਦੇਣਾ ਚਾਹੁੰਦਾ। ਬਹੁਤਾ ਹੰਕਾਰੀ। ਇਹਦੀ ਫੌਜ ਚਾਰ ਚਫੇਰੇ ਸਾਰੇ ਦੇਸ਼ ਵਿੱਚ ਫਿਰਦੀ ਹੈ, ਕੋਈ ਇਹਦੇ ਸਾਹਮਣੇ ਅੜਦਾ ਨਹੀਂ, ਕੋਈ ਇਹਦੇ ਨਾਲ ਜੰਗ ਕਰਨ ਵਾਸਤੇ ਸੋਚਦਾ ਤੱਕ ਨਹੀਂ। ਇਸ ਤਰ੍ਹਾਂ ਚਾਰ ਚਫੇਰੇ ਔਰੰਗਜ਼ੇਬ ਦੀ ਦੁਹਾਈ ਫਿਰਦੀ। ਤੇ ਜਦੋਂ ਸਤਿਗੁਰੂ ਜੀ ਕਹੇ ਤੇ ਬੋਲੇ, ਕਹਿਣ ਲੱਗੇ ਬਾਦਸ਼ਾਹ ਨੂੰ, ਸਤਿਗੁਰੂ ਜੀ ਕਹਿੰਦੇ ਨੇ ਵੀ ਸਾਨੂੰ ਕਿਸ ਵਾਸਤੇ ਇੱਥੇ ਬੁਲਾਇਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੋਲ ਸੁਣ ਕੇ ਨਾ ਔਰੰਗਜ਼ੇਬ ਦੱਸਦਾ, ਕਹਿਣ ਲੱਗਾ ਜੀ ਮੇਰਾ ਇੱਕ ਬਹੁਤ ਵੱਡਾ ਕੰਮ ਆ ਜੋ ਤੁਹਾਡੇ ਦੁਆਰਾ ਅਟਕਿਆ ਹੋਇਆ। ਸਤਿਗੁਰੂ ਕਹਿੰਦੇ ਉਹ ਕਿਹੜਾ ਕੰਮ ਆ? ਕਹਿੰਦਾ ਜੀ ਮੈਂ ਚਾਹੁੰਦਾ ਵੀ ਇਸ ਦੇਸ਼ ਵਿੱਚ ਸਾਰੇ ਮੁਸਲਮਾਨ ਹੋਣ, ਕੋਈ ਹਿੰਦੂ ਨਾ ਹੋਵੇ, ਸਾਰੇ ਇੱਕਮਿਕ ਹੋ ਜਾਣ। ਇਹ ਨਿਸ਼ਚਾ ਮੈਂ ਮਨ ਵਿੱਚ ਕੀਤਾ ਵੀ ਮੈਂ ਹਿੰਦੂ ਕੋਈ ਨਹੀਂ ਰਹਿਣ ਦਿਆਂਗਾ। ਇਹ ਕੱਚੇ ਨੇ ਮੱਤ ਦੇ, ਇਹ ਝੂਠੇ ਹਨ। ਔਰ ਖੁਦਾ ਦੇ ਰਸਤੇ ਤੋਂ ਭੁੱਲੇ ਹੋਏ ਨੇ, ਦੋਜ਼ਕਾਂ ਦੀ ਅੱਗ ਵਿੱਚ ਸੜਨਗੇ। ਮੈਂ ਦੋਜ਼ਕਾਂ ਵਿੱਚ ਪੈਣ ਤੋਂ ਇਹਨਾਂ ਨੂੰ ਬਚਾਉਣਾ ਚਾਹੁੰਦਾ। ਜਦੋਂ ਇਹ ਕਲਮਾ ਪੜ੍ਹ ਲੈਣਗੇ, ਇਹ ਈਮਾਨ ਸਾਰੇ ਧਾਰਨ ਕਰ ਲੈਣਗੇ, ਸ਼ਰ੍ਹਾ ਦੇ ਵਿੱਚ ਆ ਜਾਣਗੇ, ਜਿਹੜੇ ਮੇਰੇ ਕਹਿਣ 'ਤੇ ਮੁਸਲਮਾਨ ਬਣ ਜਾਣਗੇ, ਸ਼ਰ੍ਹਾ ਵਿੱਚ ਆ ਜਾਣਗੇ, ਉਹਨਾਂ ਨੂੰ ਤਾਂ ਬਹੁਤੇ ਇਨਾਮ ਦੇਵਾਂਗਾ। ਔਰ ਜਿਹੜੇ ਨਹੀਂ ਆਉਣਗੇ ਉਹਨਾਂ ਦਾ ਕੋਈ ਝਗੜਾ ਹੋਵੇਗਾ ਅਤੇ ਬਹੁਤੀ ਮਾਇਆ ਉਹਨਾਂ ਤੋਂ ਲੈ ਕੇ ਫਿਰ ਝਗੜਾ ਉਹਨਾਂ ਦਾ ਫੈਸਲਾ ਕਰਾਂਗਾ। ਜਿਹੜੇ ਮੁਸਲਮਾਨ ਬਣਨਗੇ ਉਹਨਾਂ ਦੇ ਹੱਕ ਵਿੱਚ ਫੈਸਲਾ ਕਰਾਂਗਾ। ਮੈਂ ਜਿਹੜਾ ਵੀ ਕੋਈ ਮੇਰੀ ਗੱਲ ਮੰਨੇਗਾ ਮੁਸਲਮਾਨ ਬਣਨ ਵਾਸਤੇ, ਉਹਨੂੰ ਜ਼ਮੀਨ ਜਾਇਦਾਦ ਵੀ ਇਨਾਮ ਦੇਵਾਂਗਾ। ਇੱਥੋਂ ਤੱਕ ਕਿ ਤੁਰਕਾਂ ਦੀਆਂ ਕੁੜੀਆਂ ਔਰ ਆਪਣੀ ਪੁੱਤਰੀ ਵੀ ਮੈਂ ਦੇਣ ਵਾਸਤੇ ਤਿਆਰ ਹੋਵਾਂਗਾ, ਜਿਹੜਾ ਮੇਰੀ ਗੱਲ ਮੰਨ ਕੇ ਮੁਸਲਮਾਨ ਬਣਨਾ ਚਾਹਵੇ। ਇਸ ਤਰ੍ਹਾਂ ਮੈਂ ਇਹਨਾਂ ਸਾਰਿਆਂ ਨੂੰ ਦੀਨ ਦੇ ਵਿੱਚ, ਸ਼ਰ੍ਹਾ ਦੇ ਵਿੱਚ ਲੈ ਆਵਾਂਗਾ। ਅਤੇ ਮੈਂ ਜਾਣਦਾ ਵੀ ਇਹ ਬਹੁਤਾ ਵੱਡਾ ਪਰਉਪਕਾਰ ਆ। ਸਾਡੇ ਮੱਤ ਵਿੱਚ ਵੀ ਇਸ ਨੂੰ ਸਵਾਬ ਦਾ ਕਰਮ, ਪੁੰਨ ਦਾ ਕਰਮ ਕਿਹਾ ਜਾਂਦਾ। ਇਸ ਤਰ੍ਹਾਂ ਖੁਦਾ ਵੀ ਫਿਰ ਉਹਦੀ ਸਿਫਤ ਕਰਦਾ, ਸ਼ਾਬਾਸ਼ ਦਿੰਦਾ ਉਹਨੂੰ ਜਿਹੜਾ ਇਸ ਤਰ੍ਹਾਂ ਦਾ ਕਰਮ ਕਰਦਾ ਹੈ।
ਇਹ ਮੇਰਾ ਅਸਲੀ ਕੰਮ ਹੈ। ਤੇ ਜਿਹੜਾ ਗੱਲ ਮੰਨ ਲਵੇਗਾ ਉਹ ਤੇ ਠੀਕ, ਤੇ ਜਿਹੜਾ ਨਹੀਂ ਮੰਨੇਗਾ ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੋਵੇਗਾ। ਤੇ ਮੈਂ ਸਭ ਤਰ੍ਹਾਂ ਕਰਕੇ ਉਹਦੇ ਸਾਰੇ ਕਾਰਜ ਜਿਹੜੇ ਵਿਗਾੜ ਦੇਵਾਂਗਾ, ਹਰ ਤਰ੍ਹਾਂ ਹਰ ਢੰਗ ਤਰੀਕੇ ਦੇ ਨਾਲ ਉਹਦਾ ਕੰਮ ਵਿਗਾੜਨ ਦਾ ਯਤਨ ਕਰਾਂਗਾ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਇਹ ਗੱਲਾਂ ਕਰਦਾ ਹੈ ਔਰੰਗਜ਼ੇਬ, ਤੇ ਸਤਿਗੁਰੂ ਕੀ ਜਵਾਬ ਦਿੰਦੇ ਨੇ। ਇੱਥੋਂ ਇਹ ਕਥਾ ਦਾ ਪ੍ਰਸੰਗ ਅੱਗੇ ਪ੍ਰਾਰੰਭ ਹੁੰਦਾ। ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਗੁਰੂ ਦਾ ਸਰਵਣ ਕਰਨਾ ਹੈ। ਸਰਬੱਤ ਸੰਗਤਾਂ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਸ਼ੁਭ ਹੋਏ ਮਾਨ ਹੈ ਕਹਿਓ। ਜੋ ਸ਼ੁਭ ਹੋਏ, ਜਿਹੜਾ ਤੇ ਸ਼ੁਭ ਹੋਵੇਗਾ ਉਹ ਮੇਰਾ ਕਹਿਆ ਹੋਇਆ ਮੰਨ ਲਵੇਗਾ। ਦੀਨ ਬਿਕੇ ਆਵੇ ਚਿਤ ਚਾਹਿਓ। ਤੇ ਦੀਨ ਦੇ ਵਿੱਚ ਜਿਹਦਾ ਚਿੱਤ ਆਉਣ ਨੂੰ ਚਾਹਵੇਗਾ ਵੀ ਮੈਂ ਵੀ ਮੁਸਲਮਾਨ ਬਣ ਜਾਵਾਂ, ਸੋ ਹਮ ਪ੍ਰਤ ਕੇਰ ਸਮਾਨ। ਬਾਦਸ਼ਾਹ ਕਹਿੰਦਾ ਜੀ ਉਹ ਮੇਰੇ ਭਰਾ ਦੇ ਸਮਾਨ ਹੋਵੇਗਾ ਮੇਰੇ ਕੋਲ। ਸਰਬ ਰੀਤ ਲੈ ਸੁਖਨ ਮਹਾਨ। ਉਹ ਸਰਬ ਤਰ੍ਹਾਂ ਕਰਕੇ ਸਾਰੇ ਸੁੱਖ ਪ੍ਰਾਪਤ ਕਰੇਗਾ, ਮੈਂ ਸਾਰੇ ਸੁੱਖ ਉਸ ਨੂੰ ਦੇਵਾਂਗਾ। ਸੁਣ ਸਰਿ ਤੇਗ ਬਹਾਦਰ ਭਖ। ਸੁਣ ਕਰਕੇ ਨਾ ਇਸ ਦੀ ਗੱਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ। ਜੇ ਮੁਖ ਦਾਇ ਕੀ ਹੋਏ ਅਬਲਖ। ਕਹਿਣ ਲੱਗੇ, ਕਹਿੰਦੇ ਬਾਦਸ਼ਾਹ ਹੋਵੇਗਾ ਤੇ ਉਸੇ ਤਰ੍ਹਾਂ ਹੀ ਜਿਵੇਂ ਖੁਦਾ ਦੀ ਇੱਛਾ ਹੋਵੇਗੀ। ਹੁੰਦਾ ਵਾਕਈ ਉਹ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਨਾ, ਉਹ ਹੀ ਹੁੰਦਾ। ਬੰਦਾ ਤੇ ਕਈ ਕੁਛ ਕਰਨ ਦਾ ਯਤਨ ਕਰਦਾ, ਆਪਣੀ ਤਾਕਤ ਦੇ ਨਾਲ, ਆਪਣੀ ਪਾਵਰ ਦੇ ਨਾਲ। ਇਹ ਕਈਆਂ ਨੂੰ ਵਸਾਉਣ ਦਾ ਯਤਨ ਕਰਦਾ, ਕਈਆਂ ਨੂੰ ਬਰਬਾਦ ਕਰਨ ਦਾ ਯਤਨ ਕਰਦਾ। ਇਹ ਸਾਡੇ ਬੰਦੇ ਨੇ, ਭਾਵੇਂ ਗਲਤ ਵੀ ਨੇ, ਇਹਨਾਂ ਨੂੰ ਸੁੱਖ ਮਿਲੇ। ਇਹ ਦੂਜੇ ਬੰਦੇ ਨੇ, ਇਹ ਸਾਡੇ ਨਾਲ ਸਹਿਮਤੀ ਨਹੀਂ ਰੱਖਦੇ, ਭਾਵੇਂ ਸਹੀ ਵੀ ਨੇ, ਇਹਨਾਂ ਨੂੰ ਛੱਡਣਾ ਨਹੀਂ ਆਪਾਂ। ਪਾਵਰ ਜੋ ਹੈ ਕੋਲ, ਮਨੁੱਖ ਤੇ ਚਾਹੁੰਦਾ ਜਿਨ੍ਹਾਂ ਦੀ ਮੇਰੇ ਨਾਲ ਸਹਿਮਤੀ ਹੈ ਉਹ ਸੁਖੀ ਰਹਿਣਗੇ, ਜਿਹੜੇ ਮੇਰੇ ਉਲਟ ਚੱਲਦੇ ਮੈਂ ਛੱਡਣਾ ਕੋਈ ਨਹੀਂ, ਮਾਰ ਦੇਣਾ, ਬਰਬਾਦ ਕਰ ਦੇਣੇ। ਪਰ ਮਨੁੱਖ ਦਾ ਕੀਤਾ ਹੁੰਦਾ ਨਹੀਂ ਨਾ ਕੁਛ ਵੀ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨਾ, ਮੇਰਾ ਕੀਆ ਕਛੂ ਨਾ ਹੋਏ। ਹੋਵੇਗਾ ਕੀ? ਕਹਿੰਦੇ ਕਰ ਹੈ ਰਾਮ ਹੋਏ ਹੈ ਸੋਏ। ਜੋ ਰਾਮ ਕਰਦਾ ਹੁੰਦਾ ਉਹੋ ਹੀ ਹੈ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਦਸ਼ਾਹ ਠੀਕ ਹੈ, ਤੇਰੀ ਇੱਛਾ ਇਸ ਤਰ੍ਹਾਂ ਦੀ, ਤੂੰ ਇਹਨੂੰ ਸਬਾਬ ਦਾ ਪੁੰਨ ਦਾ ਕੰਮ ਸਮਝਦਾ, ਪਰ ਜੋ ਖੁਦਾ ਨੂੰ ਭਾਵੇਗਾ ਉਸੇ ਤਰ੍ਹਾਂ ਹੀ ਹੋਵੇਗਾ। ਤਿਮ ਮਾਨੇ ਚਾਹੀਏ ਹਮ ਤੁਮਕੋ। ਤੇ ਜੋ ਖੁਦਾ ਨੂੰ ਭਾਉਂਦਾ ਨਾ ਉਸੇ ਤਰ੍ਹਾਂ ਹੀ ਤੈਨੂੰ ਤੇ ਸਾਨੂੰ ਵੀ ਉਹੋ ਹੀ ਮੰਨ ਲੈਣਾ ਚਾਹੀਦਾ ਵੀ ਠੀਕ ਆ, ਜੋ ਖੁਦਾ ਕਰਦਾ ਠੀਕ ਹੈ। ਜਿਸ ਪਰਮੇਸ਼ਰ ਕੇ ਨੈ ਸਮਕ। ਜਿਸ ਖੁਦਾ, ਜਿਸ ਅਕਾਲ ਪੁਰਖ ਪਰਮੇਸ਼ਰ ਦੇ ਸਮਾਨ ਦੂਜਾ ਹੋਰ ਕੋਈ ਨਹੀਂ। ਜਿਵੇਂ ਉਹਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਹੁੰਦਾ, ਤੇ ਉਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ, ਉਹਦੇ ਵਿੱਚ ਹੀ ਸੁੱਖ ਹੈ। ਜੇ ਪ੍ਰਭ ਚਾਹੇ ਤਾਂ ਹਿੰਦ ਨ ਜਨਮੈ। ਵੇਖ ਤੂੰ ਕਹਿਣਾ ਹੈ ਵੀ ਇਹ ਖੁਦਾ ਦੇ ਰਸਤੇ ਤੋਂ ਉਲਟ ਚੱਲਦੇ ਨੇ, ਇਹ ਠੀਕ ਨਹੀਂ, ਇਹ ਦੋਜਕਾਂ ਦੀ ਅੱਗ ਵਿੱਚ ਪੈਣਗੇ, ਬਰਬਾਦ ਹੋਣਗੇ, ਦੁੱਖ ਭੋਗਣਗੇ। ਤੇ ਜੇ ਇਹ ਏਡੇ ਹੀ ਮਾੜੇ ਆ, ਜੇ ਖੁਦਾ ਨੂੰ ਨਾ ਚੰਗੇ ਲੱਗਦੇ ਹੋਣ, ਤੂੰ ਕਹਿੰਦਾ ਖੁਦਾ ਨੂੰ ਮੁਸਲਮਾਨ ਹੀ ਚੰਗੇ ਲੱਗਦੇ ਨੇ, ਤੇ ਜੇ ਖੁਦਾ ਨੂੰ ਨਾ ਚੰਗੇ ਲੱਗਦੇ ਹੋਣ ਤੇ ਫਿਰ ਜਨਮ ਕਿਉਂ ਦਿੰਦਾ ਇਹਨਾਂ ਨੂੰ? ਫਿਰ ਹਿੰਦੂ ਜੰਮਣੇ ਬੰਦ ਹੋ ਜਾਣ, ਇਹ ਪੈਦਾ ਹੋਣੇ ਬੰਦ ਹੋ ਜਾਣ। ਜੇ ਉਹਨੂੰ ਨਾ ਚੰਗੇ ਲੱਗਦੇ ਹੋਣ ਤੇ ਫਿਰ ਇਹ ਜਨਮ ਨਾ ਲੈ ਸਕਣ।
ਤੁਰਕ ਜਨਮ ਹੀ ਹਵੇ ਨਿਸ ਦਿਨ ਤੇ ਮੈਂ ਤੁਰਕਾਂ ਦਾ ਹੀ ਜਨਮ ਹੋਵੇ ਧਰਤੀ ਦੇ ਉੱਪਰ, ਸੰਸਾਰ ਦੇ ਵਿੱਚ ਤੁਰਕ ਹੀ ਰਾਤ ਦਿਨ ਜਨਮ ਲੈਣ, ਫਿਰ ਹਿੰਦੂ ਨਾ ਕੋਈ ਵੀ ਜਨਮੇ ਜੇ ਖੁਦਾ ਨੂੰ ਭਾਉਂਦਾ ਹੋਵੇ। ਪਰ ਖੁਦਾ ਨੂੰ ਇਹ ਗੱਲ ਨਹੀਂ ਚੰਗੀ ਲੱਗਦੀ, ਉਹਦੇ ਵਾਸਤੇ ਸਾਰੇ ਇੱਕੋ ਹਨ, ਇੱਕ ਜਿਹੇ ਹਨ। ਦੋਨੋਂ ਉਤਪਤ ਹੋਵੇ ਜਹੇ ਕਹੇ, ਪਰ ਜਿੱਥੇ ਕਿੱਥੇ ਵੀ ਦੋਵੇਂ ਹੀ ਪੈਦਾ ਹੁੰਦੇ, ਹਿੰਦੂ ਵੀ ਜਨਮ ਧਾਰਦੇ ਨੇ, ਮੁਸਲਮਾਨ ਵੀ ਜਨਮ ਲੈਂਦੇ ਹਨ। ਲਖੋ ਕੇ ਰਖਹਿ ਦੋਹਨ ਕੋ ਜਗ ਮੈਂ, ਇਸ ਕਰਕੇ ਇਹ ਗੱਲ ਨੂੰ ਜਾਣਨਾ ਕਰ ਵੀ ਖੁਦਾ ਵੀ ਦੋਵਾਂ ਨੂੰ ਹੀ ਰੱਖਣਾ ਚਾਹੁੰਦਾ, ਵੀ ਦੋਵੇਂ ਹੀ ਰਹਿਣ। ਜੇ ਖੁਦਾ ਨਾ ਚਾਹੁੰਦਾ ਹੋਵੇ ਵੀ ਹਿੰਦੂ ਹੋਣ ਤੇ ਉਹਨਾਂ ਦੇ ਜਨਮ ਲੈਣ ਤੇ ਰੋਕ ਲਾ ਦੇਵੇ ਵੀ ਹਿੰਦੂ ਕੋਈ ਜਨਮੇ ਹੀ ਨਾ, ਆਪੇ ਘਟ ਜਾਣ, ਆਪੇ ਖਤਮ ਹੋ ਜਾਣ। ਪਰ ਨਹੀਂ, ਇਹ ਦੋਵੇਂ ਹੀ ਜਨਮ ਲੈਂਦੇ ਨੇ, ਇਸ ਕਰਕੇ ਖੁਦਾ ਵੀ ਇਹੋ ਹੀ ਚਾਹੁੰਦਾ ਵੀ ਇਹ ਦੋਵੇਂ ਹੀ ਰਹਿਣ। ਜੇ ਤੁਮ ਕਹੋ ਜਾਣੀਐ ਕੈਸੇ, ਤੇ ਜੇ ਤੂੰ ਇਹ ਗੱਲ ਆਖੇ ਵੀ ਮੈਂ ਕਿਵੇਂ ਮੰਨਾਂ ਵੀ ਖੁਦਾ ਚਾਹੁੰਦਾ ਵੀ ਹਿੰਦੂ ਵੀ ਰਹਿਣ, ਮੁਸਲਮਾਨ ਵੀ ਰਹਿਣ, ਮੈਂ ਕਿਵੇਂ ਸਮਝਾਂ ਇਸ ਗੱਲ ਨੂੰ, ਮੈਂ ਕਿਵੇਂ ਜਾਣਾ ਇਸ ਗੱਲ ਨੂੰ। ਇਸ ਪਰ ਸੁਨੋ ਕਰੋ ਵਿਦ ਐਸੇ, ਅਸੀਂ ਫਿਰ ਦੱਸਦੇ ਹਾਂ ਇਸ ਪਰਥਾਏ ਤੈਨੂੰ ਇੱਕ ਗੱਲ, ਤੂੰ ਸਾਡੇ ਕਹਿਣ ਅਨੁਸਾਰ ਉਹ ਢੰਗ ਤਰੀਕਾ ਵਰਤੀ, ਤੈਨੂੰ ਪਤਾ ਲੱਗ ਜਾਵੇਗਾ ਵੀ ਖੁਦਾ ਕੀ ਚਾਹੁੰਦਾ ਹੈ। ਤੇਰੇ ਵਾਂਗੂ ਸਾਰੇ ਇੱਕ ਹੋ ਜਾਣ, ਜਾਂ ਇਹ ਦੋਵੇਂ ਹੀ ਰਹਿਣ, ਜਾਂ ਕੁਝ ਹੋਰ ਚਾਹੁੰਦਾ ਖੁਦਾ, ਇਹ ਤੈਨੂੰ ਸਮਝ ਲੱਗ ਜਾਵੇਗੀ। ਅਸੀਂ ਤੈਨੂੰ ਤਰੀਕਾ ਦੱਸ ਦਿੰਦੇ ਹਾਂ। ਲੇਹੋ ਪੰਚ ਮਨ ਮਿਰਚੈ ਕਾਰੀ, ਕਹਿੰਦਾ ਜੀ ਦੱਸੋ ਫਿਰ ਮੈਨੂੰ ਪਤਾ ਲੱਗ ਜੇ ਵੀ ਖੁਦਾ ਕੀ ਚਾਹੁੰਦਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਇੰਝ ਕਰ, 5 ਮਣ ਜਿਹੜੀਆਂ ਕਾਲੀਆਂ ਮਿਰਚਾਂ ਲੈਣਾ ਕਰ, ਢੇਰ ਕਰੋ ਇੱਕ ਥਾਨ ਸੁਧਾਰੀ, ਇੱਕ ਥਾਂ ਨੂੰ ਸਾਫ ਸੁਥਰਾ ਕਰਕੇ ਸੋਹਣੇ ਢੰਗ ਦੇ ਨਾਲ ਉੱਥੇ ਢੇਰ ਲਾ ਦਿਓ ਇਹਨਾਂ ਦਾ। ਗਨ ਇੰਦਨ ਤਿਸ ਕੇ ਚਾਹੁ ਔਰ, ਤੇ ਫਿਰ ਬਹੁਤਾ ਬਾਲਣ ਉਹਨਾਂ ਦੇ 4 ਚਫੇਰੇ ਰੱਖ ਕਰਕੇ, ਨੀਕੇ ਅਗਨ ਪ੍ਰਕਾਸ਼ ਹੋ ਜੋਰ, ਬਹੁਤੀ ਅੱਗ ਜਿਹੜੀ ਆ ਉਹਨੂੰ ਲਾਉਣਾ ਕਰੋ, ਬਹੁਤੀ ਅੱਗ ਮੱਚੇ, ਬਹੁਤੇ ਸੋਹਣੇ ਢੰਗ ਨਾਲ। ਅਟ ਜਾਮ ਲੋ ਦਾਹਤ ਰਹੀਏ, 8 ਪਹਿਰ ਤੱਕ ਉਹਨਾਂ ਨੂੰ ਸਾੜਦੇ ਰਹੋ, 8 ਪਹਿਰ ਤੱਕ ਅੱਗ ਲਾ ਕੇ ਰੱਖੋ, ਬਾਲਣ ਪਾਈ ਜਾਓ, ਸਾੜੀ ਜਾਓ ਉਹਨਾਂ ਨੂੰ। ਪੁਨੇ ਉਤਰ ਹਮ ਦੇਹ ਸੁਲਹੀਐ, ਜਦੋਂ ਇਸ ਤਰ੍ਹਾਂ ਕਰ ਲਓਗੇ ਨਾ, ਫਿਰ ਸਾਨੂੰ ਪੁੱਛਿਓ, ਅਸੀਂ ਤੁਹਾਨੂੰ ਉੱਤਰ ਦੇ ਦੇਵਾਂਗੇ ਵੀ ਖੁਦਾ ਕੀ ਚਾਹੁੰਦਾ ਹੈ। ਮਨ ਰੰਗ ਨੇ ਮਾਨੀ ਬਾਤ, ਇਹ ਗੱਲ ਸਤਿਗੁਰੂ ਜੀ ਦੀ ਮੰਨ ਲਈ ਬਾਦਸ਼ਾਹ ਨੇ। ਗੁਰ ਬਾਹਰ ਆਏ ਬਖਿਆਤ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਚੱਲ ਕੇ ਬਾਹਰ ਆ ਗਏ ਹਨ। ਚੌਕੀਦਾਰ ਸਾਥ ਹੀ ਭਏ, ਚੌਕੀਦਾਰ ਜਿਹੜਾ ਸੀ ਉਹ ਸਤਿਗੁਰੂ ਜੀ ਦੇ ਨਾਲ ਹੈ। ਕਾਰ ਗ੍ਰਹਿ ਮੈਂ ਲੈ ਕਰ ਗਏ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਾਰਾਗ੍ਰਹਿ ਦੇ ਵਿੱਚ ਲੈ ਗਏ ਹਨ। ਰਹਿਤ ਪਏ ਸਤਿਗੁਰ ਸੁਖ ਸੰਗੇ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਰਹਿੰਦੇ ਨੇ, ਬੜੇ ਸੁੱਖ ਦੇ ਨਾਲ ਹਨ, ਕੋਈ ਚਿੰਤਾ, ਕੋਈ ਫਿਕਰ, ਕੋਈ ਮਨ ਦੇ ਵਿੱਚ ਉਦਾਸੀ ਨਹੀਂ ਹੈ। ਨਿਜ ਨੌਕਰ ਸੋ ਕਹਿਓ ਨਰੰਗੇ, ਉਸ ਵੇਲੇ ਆਪਣੇ ਨੌਕਰਾਂ ਨੂੰ ਕਹਿਣਾ ਕੀਤਾ ਬਾਦਸ਼ਾਹ ਔਰੰਗਜ਼ੇਬ ਨੇ। ਮਿਰਚ 5 ਮਣ ਲਿਆਏ ਹੋ ਆਸ਼ੇ, ਕਹਿਣ ਲੱਗਾ ਵੀ ਕਾਲੀਆਂ ਮਿਰਚਾਂ ਲਿਆਓ 5 ਮਣ। ਚੌਂ ਦਿਸ਼ ਅਗਨ ਦਾਹੋ ਕਰ ਪਾਸ਼ੇ, ਉਹਨਾਂ ਦੇ 4 ਚਫੇਰੇ ਬਾਲਣ ਰੱਖ ਕੇ ਤੇ ਸੋਹਣੇ ਢੰਗ ਦੇ ਨਾਲ ਅੱਗ ਲਾ ਕੇ ਸਾੜਨਾ ਕਰੋ ਉਹਨਾਂ ਨੂੰ। ਅਟ ਜਾਮ ਲਵ ਕਰ ਕੈ ਦਾਹੋ, 8 ਪਹਿਰ ਤੱਕ ਉਹਨਾਂ ਨੂੰ ਸਾੜਦੇ ਰਹੋ। ਆਸ਼ੀ ਬਿਦ ਜਿਮ ਹੋਏ ਸਵਾਹੋ, ਇਸ ਤਰ੍ਹਾਂ ਸੋਹਣੇ ਢੰਗ ਨਾਲ ਸੜ ਕੇ ਸਵਾਹ ਹੋ ਜਾਣ ਉਹ ਸਾਰੀਆਂ ਮਿਰਚਾਂ। ਸੁਣ ਕੇ ਤਥ ਕਰਤ ਬਿਦ ਭਇਓ, ਸੁਣ ਕਰਕੇ ਨਾ ਬਾਦਸ਼ਾਹ ਦੀ ਗੱਲ, ਇਸੇ ਤਰ੍ਹਾਂ ਨੌਕਰਾਂ ਨੇ ਇਸੇ ਤਰ੍ਹਾਂ ਕਰਨਾ ਕੀਤਾ ਹੈ। ਇਕ ਨਿਸ ਦਿਨ ਪਾਵਕ ਦਿਪਤਿਓ, ਇੱਕ ਰਾਤ ਤੇ ਦਿਨ, ਇੱਕ ਦਿਨ ਤੇ ਇੱਕ ਰਾਤ, ਇਸ ਤਰ੍ਹਾਂ 5 ਮਣ ਮਿਰਚਾਂ ਲਿਆਂਦੀਆਂ ਤੇ ਰਾਤ ਦਿਨ ਉਹਨਾਂ ਨੂੰ ਅੱਗ ਦੇ ਵਿੱਚ ਸਾੜਦੇ ਰਹੇ ਹਨ। ਸੀਤਲ ਸੁਆ ਭਈ ਜਬ ਤਨ, ਜਦੋਂ ਐ ਚੰਗੀ ਤਰ੍ਹਾਂ ਸਾੜ ਦਿੱਤੀਆਂ ਨਾ 8 ਪਹਿਰ 24 ਘੰਟੇ
ਉਹ ਅੱਗ ਬਲਦੀ ਰਹੀ 24 ਘੰਟੇ, ਉਹ ਸੜ ਗਈਆਂ ਸਾਰੀਆਂ। ਤੇ ਜਿਸ ਦਿਨ ਫਿਰ ਉਹ ਸਵਾਹ ਸਾਰੀ ਠੰਡੀ ਹੋ ਗਈ ਨਾ, ਐਨ ਠੰਡੀ ਹੋ ਗਈ ਹੈ। ਜਾਏ ਨੁਰੰਗੇ ਸੋ ਸੁਧ ਭਨੇ, ਉਹਨਾਂ ਨੇ ਜਾ ਕਰਕੇ ਬਾਦਸ਼ਾਹ ਨੂੰ ਸਾਰੀ ਖਬਰ ਦੱਸਣਾ ਕੀਤੀ ਹੈ। ਸੁਣ ਤੁਰਕ ਪਤ ਨੇ ਜਬ ਬਾਣੀ, ਜਦੋਂ ਉਹਨਾਂ ਦੀ ਗੱਲ ਸੁਣੀ ਹੈ ਬਾਦਸ਼ਾਹ ਨੇ, ਨੁਰੰਗੇ ਨੇ, ਉਸ ਵੇਲੇ ਕਰਿਹ ਕਾਰਨ ਗੁਰ ਗੁਣ ਖਾਨੀ, ਉਹਨਾਂ ਨੇ ਜਾ ਕੇ ਦੱਸਿਆ ਬਾਦਸ਼ਾਹ ਇਸੇ ਤਰ੍ਹਾਂ 24 ਘੰਟੇ ਅੱਗ ਬਲਦੀ ਰਹੀ, ਸਾਰੀਆਂ ਮਿਰਚਾਂ ਸੜ ਗਈਆਂ, ਸਵਾਹ ਹੋ ਗਈਆਂ ਸਾਰੀਆਂ, ਸਵਾਹ ਵੀ ਐਨ ਠੰਡੀ ਹੋ ਗਈ ਹੈ ਹੁਣ। ਉਸ ਵੇਲੇ ਫਿਰ ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੁਲਾਉਣਾ ਕੀਤਾ। ਢਿੱਗ ਬਿਠਾ ਕੇ ਸਕਲ ਜਨਾਈ, ਆਪਣੇ ਕੋਲ ਬਿਠਾ ਲਿਆ ਤੇ ਸਾਰੀ ਗੱਲ ਦੱਸਣਾ ਕੀਤੀ ਸਤਿਗੁਰੂ ਸਾਹਿਬ ਜੀ ਨੂੰ। ਹਮ ਕੀਨ ਸਤਮ ਜਥਾ ਬਤਾਈ, ਕਹਿਣ ਲੱਗਾ ਜੀ ਅਸੀਂ ਉਸੇ ਤਰ੍ਹਾਂ ਕੀਤਾ ਜਿਵੇਂ ਤੁਸੀਂ ਦੱਸ ਕੇ ਗਏ ਸੀ। 5 ਮਣ ਮਿਰਚਾਂ 8 ਪੈਰ ਅੱਗ ਬਲਦੀ ਰਹੀ ਤੇ ਸਾੜ ਦਿੱਤੀਆਂ, ਸਾਰੀਆਂ ਸਵਾਹ ਕਰ ਦਿੱਤੀਆਂ ਨੇ। ਉੱਤਰ ਮੋਹੇ ਦੀਜੀਐ ਸੋਏ, ਹੁਣ ਮੈਨੂੰ ਉੱਤਰ ਦੱਸਣਾ ਕਰੋ ਵੀ ਖੁਦਾ ਕੀ ਚਾਹੁੰਦਾ, ਕਿਹੜੀ ਗੱਲ ਵਿੱਚ ਰਾਜੀ ਹੈ ਖੁਦਾ। ਜਿਹ ਤੇ ਇਕ ਮੈਂ ਸਭ ਜਗ ਹੋਏ, ਜਿਸ ਕਰਕੇ ਸਾਰਾ ਹੀ ਇਹ ਹਿੰਦੁਸਤਾਨ ਇੱਕਮਈ ਹੋ ਜਾਵੇ, ਇੱਕਮਿਕ ਹੋ ਜਾਵੇ। ਜਬ ਨਿਜ ਕਰਹੁ ਅੰਗੀਕਾਰ, ਤੇ ਜਦੋਂ ਤੁਸੀਂ ਇਸ ਇਸਲਾਮ ਨੂੰ ਅੰਗੀਕਾਰ ਕਰੋਗੇ, ਹਵੇ ਜ ਮਨੋਰਥ ਮਹਾ ਤੁਮਾਰਾ, ਤੇ ਜੋ ਵੀ ਤੁਹਾਡੇ ਮਨ ਦਾ ਮਨੋਰਥ ਹੋਵੇਗਾ, ਗੁਰੂ ਸਾਹਿਬ ਨੂੰ ਵੀ ਆਪਣੇ ਵੱਲੋਂ ਲਾਲਚ ਦਿੰਦਾ, ਕਹਿੰਦਾ ਜਦੋਂ ਤੁਸੀਂ ਅੰਗੀਕਾਰ ਕਰ ਲੋਗੇ ਨਾ ਇਸਲਾਮ ਨੂੰ, ਜੋ ਵੀ ਤੁਹਾਡੇ ਮਨ ਦਾ ਮਨੋਰਥ ਹੋਵੇਗਾ, ਪੂਰਨ ਕਰੋ ਅਖਲ ਮੈਂ ਫਿਰ ਮੈਂ ਇਹ ਤੁਹਾਡਾ ਸਾਰਾ ਮਨੋਰਥ, ਜੋ ਵੀ ਮਨ ਦੀ ਇੱਛਾ ਹੋਵੇਗੀ ਉਹ ਪੂਰਨ ਕਰ ਦੇਵਾਂਗਾ। ਦੀਨ ਵਿਖੇ ਆਏ ਕਹੋ ਹੇਰ, ਤੇ ਦੀਨ ਵਿਖੇ, ਤੁਸੀਂ ਦੀਨ ਦੇ ਵਿੱਚ ਆ ਜਾਓ, ਧਰਮ ਦੇ ਵਿੱਚ ਆ ਜਾਓ, ਤੁਹਾਨੂੰ ਵੇਖ ਕੇ ਹੋਰ ਵੀ ਸਾਰੇ ਮੁਸਲਮਾਨ ਬਣ ਜਾਣਗੇ। ਸਤਿਗੁਰ ਕਹਿਓ ਜੋ ਮਿਰਚਨ ਸੁਆ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਤਰ ਦਿੰਦੇ, ਕਹਿਣ ਲੱਗੇ ਬਾਦਸ਼ਾਹ ਉਹ ਜਿਹੜੀਆਂ ਮਿਰਚਾਂ ਸੜੀਆਂ ਨੇ ਉਹਨਾਂ ਦੀ ਜਿਹੜੀ ਸਵਾਹ ਹੈ, ਲਾਏ ਨਰਨ ਸਗਰੀ ਮਸਲਾ, ਆਪਣੇ ਮਨੁੱਖ ਲਾ ਕੇ ਤੇ ਉਹਨਾਂ ਸਾਰਿਆਂ ਨੂੰ ਮਸਲ ਦਿਓ ਚੰਗੀ ਤਰ੍ਹਾਂ, ਐ ਰਗੜ ਦੇਣਾ ਕਰੋ। ਲੇਹੋ ਚਾਰਨੇ ਸੋ ਤਿਸ ਸ਼ਾਨ, ਚੰਗੀ ਤਰ੍ਹਾਂ ਉਹਨਾਂ ਨੂੰ ਮਸਲ ਕਰਕੇ ਤੇ ਫਿਰ ਛਾਨਣੀ ਲਓ, ਤੇ ਛਾਨਣੀ ਦੇ ਨਾਲ ਉਹਨਾਂ ਨੂੰ ਛਾਨਣਾ ਕਰੋ। ਜੋ ਉਬਰੇ ਸੋ ਉਤਰ ਜਾਣ, ਤੇ ਜੋ ਉਹਦੇ ਵਿੱਚੋਂ ਬਾਕੀ ਬਚ ਜਾਣ ਨਾ, ਸਮਝ ਲੈਣਾ ਕਰੀ ਵੀ ਇਹ ਖੁਦਾ ਦਾ ਹੁਕਮ ਆ, ਖੁਦਾ ਇਹ ਚਾਹੁੰਦਾ ਵੀ ਆ ਹੋਵੇ, ਜਿੰਨੀਆਂ ਉਹ 'ਚੋਂ ਮਿਰਚਾਂ ਬਾਕੀ ਬਚ ਜਾਣ। ਨੌਰੰਗ ਨੇ ਸੁਨ ਮਨਜ ਪਠਾਏ, ਇਹ ਸਤਿਗੁਰੂ ਜੀ ਦਾ ਬਚਨ ਸੁਣ ਕੇ ਨਰੰਗੇ ਨੇ ਆਪਣੇ ਮਨੁੱਖ ਭੇਜੇ ਹਨ। ਕਾਜੀ ਮੁੱਲਾ ਲੀਨ ਬੁਲਾਏ, ਬਹੁਤ ਸਾਰੇ ਕਾਜੀ ਮੁੱਲਾਂ ਨਾਲ ਬੁਲਾ ਲਏ ਕੋਲ ਆਪਣੇ। ਸਤਿਗੁਰ ਪਾਸ ਬਿਠਾਵਨ ਕਰੇ, ਸਤਿਗੁਰੂ ਸਾਹਿਬ ਜੀ ਦੇ ਕੋਲ ਬਿਠਾ ਦੇਣਾ ਕੀਤੇ ਸਾਰੇ ਹੀ। ਸਮਝ ਤੁਮੇ ਕਹਾਂ ਉਚਰੇ, ਤੇ ਕਹਿਣ ਲੱਗਾ ਤੁਸੀਂ ਸਮਝੋ ਇਹ ਕੀ ਉਚਾਰਨ ਕਰਦੇ ਹਨ, ਕੀ ਕਹਿੰਦੇ ਹਨ, ਇਹਨਾਂ ਦੀ ਗੱਲ ਨੂੰ ਸਮਝੋ ਚੰਗੀ ਤਰ੍ਹਾਂ। ਸਗਰੀ ਭਸਮ ਨਿਕਟ ਮੰਗਵਾਈ, ਉਹ ਸਾਰੀ ਸਵਾਹ ਜਿਹੜੀ ਸੀ ਨਾ ਆਪਣੇ ਕੋਲ ਮੰਗਾ ਲੈਣਾ ਕੀਤੀ ਹੈ। ਬਹੁ ਨਰ ਤੇ ਕਰ ਸੋ ਮਸਲਾਈ, ਬਹੁਤਿਆਂ ਮਨੁੱਖਾਂ ਨੂੰ ਕਹਿ ਕੇ ਹੱਥਾਂ ਦੇ ਨਾਲ ਮਸਲ ਦਿੱਤੀ ਸਾਰੀ ਸਵਾਹ, ਬਰੀਕ ਕਰ ਦਿੱਤੀ ਸਾਰੀ। ਸ਼ਾਨਤ ਪਏ ਚਾਰਨੇ ਧਾਰੇ, ਫਿਰ ਹੱਥ ਦੇ ਵਿੱਚ ਛਾਨਣੀ ਲੈ ਕੇ ਨਾ ਉਹ ਸਵਾਹ ਵਿੱਚ ਪਾਉਂਦੇ, ਬੁੱਕ ਭਰ ਕੇ ਤੇ ਉਹਨੂੰ ਛਾਣਦੇ ਹਨ। ਮਸਲ ਮਸਲ ਸ਼ਦਰਨ ਤਰ ਡਾਰੇ, ਤੇ ਜੇ ਕੋਈ ਥੋੜੀ ਬਾਦੀ ਛਾਨਣੀ ਚ ਰਹਿੰਦੀ ਹੈ ਨਾ ਉਹ ਸਵਾਹ ਮਿਰਚਾਂ ਦੀ, ਉਹਨੂੰ ਹੱਥ ਨਾਲ ਮਸਲ ਦਿੰਦੇ ਨੇ, ਉਹ ਛੇਕਾਂ ਥਾਣੀ ਨਿਕਲ ਜਾਂਦੀ ਸਾਰੀ। ਸਗਰੇ ਭਸਮ ਸ਼ਾਨ ਬੋਕੀਨਾ, ਇਸ ਤਰ੍ਹਾਂ ਸਾਰੀ ਸਵਾਹ ਜਿਹੜੀ ਹੈ ਉਹ ਛਾਨਣਾ ਕੀਤੀ ਹੈ। ਸਾਬਤ ਮਿਰਚੈ ਨਿਕਸੀ ਤੀਨਾ, ਜਦੋਂ ਸਾਰੀ ਸਵਾਹ ਛਾਣੀ ਗਈ ਨਾ, ਇਹਨਾਂ ਨੇ ਯਤਨ ਦੇ ਨਾਲ ਜੋ ਛਾਨਣੀ ਦੇ ਵਿੱਚ ਬਚਣਾ ਫੂਕ ਜਿਹਾ ਉਹਨੂੰ ਵੀ ਮਸਲ ਦੇਣਾ, ਉਹ ਵੀ ਛਾਨਣੀ ਦੇ ਛੇਕਾਂ ਥਾਣੀ ਕੱਢ ਦੇਣੀ ਬਾਹਰ।
ਜਦੋਂ ਛਾਣੀ ਗਈ ਸਾਰੀ ਤੇ 3 ਮਿਰਚਾਂ ਸਾਬਤ ਰਹਿ ਗਈਆਂ ਉਹਦੇ ਵਿੱਚ। ਹਾਥਨ ਸਾਥ ਸੋ ਮਸਲ ਕਨੇਰੀ। ਉਹ 3 ਮਿਰਚਾਂ ਨੂੰ ਵੀ ਹੱਥਾਂ ਦੇ ਨਾਲ ਐ ਚੰਗੀ ਤਰ੍ਹਾਂ ਮਸਲਦੇ ਨੇ ਵੀ ਫਿਸ ਜਾਣ, ਟੁੱਟ ਜਾਣ ਤੇ ਛੇਕਾਂ ਥਾਣੀ ਥੱਲੇ ਨਿਕਲ ਜਾਣ। ਭਈ ਨ ਭਗਨ ਸਭਨ ਸੋਹੇਰੀ। ਪਰ ਸਾਰਿਆਂ ਨੇ ਵੇਖਿਆ ਉਹ 3 ਮਿਰਚਾਂ ਜਿਹੜੀਆਂ ਉਹ ਟੁੱਟੀਆਂ ਨਹੀਂ, ਉਹ ਸਾਬਤ ਨੇ, ਪੂਰੀਆਂ ਹਨ ਤੇ ਉਹ ਛੇਕਾਂ ਥਾਣੀ ਥੱਲੇ ਨਹੀਂ ਨਿਕਲੀਆਂ। ਸਰਬ ਭਸਮ ਤੇ ਉਬਰੀ ਸੋਏ। ਇਹ ਸਾਰੀ ਸਵਾਹ ਦੇ ਵਿੱਚੋਂ ਉਹ 3 ਮਿਰਚਾਂ ਸਾਬਤ ਨਿਕਲੀਆਂ ਹਨ। ਜਿਉ ਕਿ ਤਿਉ ਦੇਖਤ ਸਭ ਕੋਏ। ਸਾਰੇ ਵੇਖਦੇ ਰਹਿ ਵੀ ਅੱਗ ਬੜੀ ਬਲੀ, 24 ਘੰਟੇ ਅੱਗ ਬਲਦੀ ਰਹੀ। ਇਹ ਜਿਉਂ ਦੀਆਂ ਤਿਉਂ ਹੀ ਸਾਬਤ ਹਨ। ਜਿਨ ਕਿਆਂ ਚ ਛੋਏ ਨਹਿ ਨੇਰੇ। ਇਹ ਤੇ ਇੰਜ ਲੱਗਦਾ ਵੀ ਜਿਵੇਂ ਅੱਗ ਇਹਨਾਂ ਦੇ ਲਾਗੇ ਬੰਨੇ ਵੀ ਨਾ ਕਿਤੇ ਪਹੁੰਚੀ ਹੋਵੇ। ਵੇਖ ਵੇਖ ਬਿਗਸੈ ਬਿਸਮੈ ਲੋਕ ਵਡੇਰੇ। ਇਸ ਤਰ੍ਹਾਂ ਵੇਖ ਵੇਖ ਕੇ ਵੱਡੇ ਵੱਡੇ ਬਾਦਸ਼ਾਹ ਦੇ ਉਮਰਾਵ ਕਾਜੀ ਮੁੱਲਾ ਹੈਰਾਨ ਹੁੰਦੇ ਨੇ ਵੀ ਇਹ ਕਿਵੇਂ ਬਚ ਸਕਦੀਆਂ। ਬਾਕੀ ਸਾਰੀਆਂ ਮਿਰਚਾਂ ਸੜ ਕੇ ਸਵਾਹ ਹੋ ਗਈਆਂ, ਇਹ 3 ਕਿਵੇਂ ਬਾਕੀ ਬਚ ਸਕਦੀਆਂ। ਤੇ 3 ਨੂੰ ਇੰਜ ਜਿਵੇਂ ਸੇਕ ਹੀ ਨਾ ਲੱਗਾ ਹੋਵੇ, ਇਹ ਜਿਉਂਦੀਆਂ ਤਿਉਂ ਹੀ ਹਨ। ਧਰੀ ਨੁਰੰਗੇ ਤਬ ਨਿਜ ਹਾਥ। ਉਹ ਵੇਖ ਕੇ ਹੈਰਾਨ ਹੁੰਦੇ ਨੇ ਤੇ 3 ਮਿਰਚਾਂ ਫੜੀਆਂ ਤੇ ਔਰੰਗਜ਼ੇਬ ਦੇ ਨਰੰਗੇ ਦੇ ਹੱਥ ਤੇ ਰੱਖ ਦਿੱਤੀਆਂ। ਨਰੰਗੇ ਨੇ ਆਪਣੇ ਹੱਥ ਤੇ ਰੱਖ ਕੇ ਵੇਖੀਆਂ। ਬੋਲਿਓ ਬਾਕ ਗੁਰਨ ਕੇ ਸਾਥ। ਉਹ ਮਿਰਚਾਂ ਹੱਥ ਤੇ ਰੱਖ ਕੇ ਤੇ ਬੋਲਿਆ ਨਰੰਗਾ, ਕਹਿਣ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਕਿਆ ਉੱਤਰ ਇਸ ਵਿਖੇ ਤੁਮਹਾਰੇ। ਕਹਿਣ ਲੱਗਾ ਜੀ ਇਹਦੇ ਵਿੱਚ ਕੀ ਉੱਤਰ ਆ, ਮੈਨੂੰ ਸਮਝ ਨਹੀਂ ਕੋਈ ਆਈ। ਮੈਂ ਤੇ 2 ਤੋਂ 1 ਬਣਾਉਣਾ ਚਾਹੁੰਦਾ, ਇੱਕ ਹਿੰਦੂ ਤੇ ਇੱਕ ਮੁਸਲਮਾਨ, ਇੱਕ ਕਰ ਦੇਣਾ ਚਾਹੁੰਦਾ, ਪਰ ਇਹ 3 ਬਚੀਆਂ ਨੇ। ਇਹ 3 ਦਾ ਕੀ ਮਤਲਬ ਆ, ਕੀ ਭਾਵ ਹੈ, ਕੀ ਉੱਤਰ ਹੈ ਤੁਹਾਡਾ। ਕਿਉਂ ਹਮ ਪੁੱਛਿਓ ਬਿਦਤ ਉਚਾਰੇ। ਜਿਵੇਂ ਮੈਂ ਤੁਹਾਨੂੰ ਪੁੱਛਿਆ ਸੀ ਨਾ, ਉਸੇ ਤਰ੍ਹਾਂ ਪ੍ਰਗਟ ਹੀ ਦਾ ਅਰਥ ਮੈਨੂੰ ਸਮਝਾਉਣਾ ਕਰੋ, ਇਹਦਾ ਤਾਤਪਰਜ ਮੈਨੂੰ ਸਮਝਾਉਣਾ ਕਰੋ ਕਿ ਇਹਦਾ ਮਤਲਬ ਕੀ ਹੈ 3 ਦਾ। ਤਿਨ ਮੈਂ ਕਿਆ ਅਜਮਤ ਦਿਖਰਾਈ। ਇਹਨਾਂ 3 ਮਿਰਚਾਂ ਨੂੰ ਤੁਸੀਂ ਸਾਬਤ ਰੱਖ ਲਿਆ, ਇਹਦੇ ਵਿੱਚ ਕੀ ਕਰਾਮਾਤ ਵਿਖਾਈ ਤੁਸੀਂ। ਮਿਰਚ ਰਸ ਤੇ 3 ਬਚਾਈ। ਇੰਨੀ ਜ਼ਿਆਦੀਆਂ ਮਿਰਚਾਂ ਦੇ ਵਿੱਚੋਂ ਆ 3 ਬਚਾ ਲੈਣਾ ਕੀਤੀਆਂ ਹਨ। ਕਿਆ ਹਮ ਜਾਣੇ ਦੇਹੋ ਬਤਾਏ। ਮੈਨੂੰ ਤੇ ਇਹ 3 ਮਿਰਚਾਂ ਨੂੰ ਵੇਖ ਕੇ ਕੋਈ ਸਮਝ ਨਹੀਂ ਆਉਂਦੀ ਵੀ ਕੀ ਉਤਰਿਆ, ਖੁਦਾ ਨੂੰ ਕੀ ਭਾਉਂਦਾ, ਕੀ ਚੰਗਾ ਲੱਗਦਾ, ਮੈਨੂੰ ਸਮਝ ਨਹੀਂ ਪੈਂਦੀ ਤੇ ਤੁਸੀਂ ਦੱਸ ਦੇਣਾ ਕਰੋ। ਮਾਨਿਓ ਦੀਨ ਕੇ ਨਹਿ ਮਨ ਲਿਆਏ। ਹਾਂ, ਖੁਦਾ ਜਿਹੜਾ ਹੈ ਦੀਨ, ਮਾਨਿਓ ਦੀਨ ਕੇ ਨਹਿ ਮੰਨ ਲਿਆਏ। ਤੁਸੀਂ ਜਿਹੜਾ ਹੈ ਦੀਨ ਨੂੰ ਮੰਨ ਲਿਆ ਜਾਂ ਇਸ ਗੱਲ ਨੂੰ ਆਪਣੇ ਮਨ ਵਿੱਚ ਨਹੀਂ ਲਿਆਂਦਾ, ਸਾਨੂੰ ਮੈਨੂੰ ਦੱਸਣਾ ਕਰੋ। ਸੁਣ ਸ੍ਰੀ ਤੇਗ ਬਹਾਦਰ ਕਹਿਓ। ਨਰੰਗੇ ਦੀ ਗੱਲ ਸੁਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ, ਅਜ ਹੋ ਨਹੀਂ ਉੱਤਰ ਤੁਮ ਲਹਿਓ। ਕਹਿਣ ਲੱਗੇ ਬਾਦਸ਼ਾਹ ਹਰੇ ਤੱਕ ਵੀ ਤੈਨੂੰ ਉੱਤਰ ਦਾ ਪਤਾ ਨਹੀਂ ਲੱਗਾ। ਜਿਮ ਖੁਦਾ ਕੀ ਮਰਜ਼ੀ ਹੈ। ਜਿਸ ਤਰ੍ਹਾਂ ਖੁਦਾ ਦੀ ਮਰਜ਼ੀ ਹੈ, ਜੋ ਖੁਦਾ ਕਰਨਾ ਚਾਹੁੰਦਾ, ਤੂੰ ਜੋ ਕਰਨਾ ਚਾਹੁੰਦਾ ਹੈ ਤੇ ਖੁਦਾ ਜੋ ਕਰਨਾ ਚਾਹੁੰਦਾ, ਜੋ ਖੁਦਾ ਦੀ ਮਰਜ਼ੀ, ਤੈਨੂੰ ਅਜੇ ਤੱਕ ਪਤਾ ਨਹੀਂ ਲੱਗੀ। ਉੱਤਰ ਤਥਾ ਮਿਰਚ ਏਕ ਹੈ। ਇਹ ਉੱਤਰ ਦੇ ਰਹੀਆਂ, ਇਹ ਜਿਹੜੀਆਂ ਮਿਰਚਾਂ 3 ਨੇ ਤੈਨੂੰ ਉੱਤਰ ਦੇ ਰਹੀਆਂ ਵੀ ਖੁਦਾ ਦੀ ਮਰਜ਼ੀ ਆ ਵਾ, 3 ਬਾਕੀ ਰਹਿਣਗੇ। ਇੱਕ ਕਰ ਦਿਓ ਚਾਹੇ ਇਹ ਤੇਰੀ। ਇਹ ਤੇਰੀ ਇੱਛਾ ਵਾ ਵੀ ਮੈਂ 2 ਤੋਂ 1 ਕਰ ਦੇਵਾਂਗਾ, ਹਿੰਦੂ ਰਹਿਣ ਨਹੀਂ ਦੇਵਾਂਗਾ, ਇਹਨਾਂ ਦਾ ਨਾਸ ਕਰ ਦੇਵਾਂਗਾ, ਇਹਨਾਂ ਦਾ ਧਰਮ ਬਦਲ ਦੇਵਾਂਗਾ। ਇਹ ਤੇਰੀ ਇੱਛਾ ਵਾ ਕਿ ਮੈਂ 2 ਤੋਂ 1 ਕਰ ਦੇਵਾਂ। ਨਹੀਂ ਖੁਦਾ ਕੀ ਹਮ ਨੇਰੀ। ਪਰ ਅਸੀਂ ਵੇਖਣਾ ਕੀਤਾ 3 ਮਿਰਚਾਂ ਇਸ ਗੱਲ ਦਾ ਸੂਚਕ ਨੇ ਵੀ ਖੁਦਾ ਦੀ ਮਰਜ਼ੀ ਨਹੀਂ ਹੈਗੀ ਏ ਵੀ 1 ਹੋ ਜਾਵੇ ਸਭ ਕੁਛ। ਪੂਰਬ ਹਿੰਦ ਤੁਰਕ ਜਗ ਦੋਏ। ਪਹਿਲਾਂ ਤੇ ਹਿੰਦੂ ਤੇ ਤੁਰਕ 2 ਹਨ ਇਸ ਹਿੰਦੁਸਤਾਨ ਵਿੱਚ। ਤਬ ਤੇ 3 ਜਾਨੀਏ ਹੋਏ। ਤੇ ਹੁਣ ਸਮਝ ਲੈਣਾ ਕਰ, ਜਿਹੜੀਆਂ 3 ਮਿਰਚਾਂ ਤੇਰੀ ਹੱਥ ਦੀ ਤਲੀ ਤੇ
ਇਹ ਤੈਨੂੰ ਜਵਾਬ ਦੇ ਰਹੀਆਂ। ਖੁਦਾ ਤੈਨੂੰ ਮਾਨੋ ਕਹਿ ਰਿਹਾ ਵੀ ਤੂੰ 2 ਤੋਂ 1 ਕਰਨਾ ਚਾਹੁੰਦਾ ਹੈ, ਹੁਣ ਇਹ 2 ਤੋਂ 3 ਹੋ ਜਾਣਗੇ। ਤੋਹੇ ਮਨੋਰਥ ਸ਼ੂਸ਼ਾ ਪਰ। ਇਸ ਕਰਕੇ ਗੱਲ ਸਮਝ ਪੈਂਦੀ ਵੀ ਜਿਹੜਾ ਤੇਰੇ ਮਨ ਦਾ ਮਨੋਰਥ ਆ ਨਾ ਵੀ 2 ਤੋਂ 1 ਕਰਨ ਦਾ, ਇਹ ਖਾਲੀ ਰਹਿ ਜਾਣਾ। ਤੇਰੀ ਗੱਲ ਪੂਰੀ ਨਹੀਂ ਹੋਣੀ, ਕਿਉਂਕਿ ਖੁਦਾ ਨੂੰ ਇਹ 'ਚ ਭਾਉਂਦਾ ਨਹੀਂ। ਖੁਦਾ ਤੇ 2 ਤੋਂ 3 ਕਰਨੇ ਚਾਹੁੰਦਾ ਹੈ। ਯਤਨ ਅਨੇਕਨ ਤੇ ਨਹਿ ਸਰ। ਅਨੇਕਾਂ ਹੀ ਯਤਨ ਕਰ ਲਵੇਂ ਨਾ ਤੂੰ, ਤਾਂ ਵੀ ਇਹ ਤੇਰਾ ਮਨੋਰਥ ਪੂਰਾ ਨਹੀਂ ਹੋਣਾ। ਹਮ ਤੁਮ ਜੀਵ ਕਹਾਂ ਤਿਸ ਆਗੇ। ਅਸੀਂ ਤੁਸੀਂ ਆਪਾਂ ਜੀਵ ਕੀ ਆ ਉਸ ਖੁਦਾ ਦੇ ਅੱਗੇ। ਆਪਣੇ ਸ਼ਕਤ ਦਿਖਾਵਨ ਲਾਗੇ। ਜੋ ਆਪਣੀ ਸ਼ਕਤੀ ਵਿਖਾਉਣ ਲੱਗੇ ਆ ਖੁਦਾ ਨੂੰ ਵੀ ਇਸ ਤਰ੍ਹਾਂ ਅਸੀਂ ਕਰ ਦੇਵਾਂਗੇ, ਤੂੰ ਆਹ ਕਰਦਾ, ਅਸੀਂ ਇੰਜ ਕਰ ਦੇਵਾਂਗੇ। ਖੁਦਾ ਦੇ ਅੱਗੇ ਮਨੁੱਖ ਦੀ ਕੋਈ ਨਹੀਂ ਚੱਲਦੀ। ਕਿੰਨੀ ਵੀ ਸ਼ਕਤੀ, ਕਿੰਨੀ ਵੀ ਤਾਕਤ ਹੋਵੇ ਮਨੁੱਖ ਵਿੱਚ, ਖੁਦਾ ਦੇ ਅੱਗੇ ਨਹੀਂ ਇਹਦੀ ਚੱਲਦੀ, ਕਿਉਂਕਿ ਖੁਦਾ ਸਰਬ ਸ਼ਕਤੀਮਾਨ, ਪਰਮੇਸ਼ਰ ਜਿਹੜਾ ਸਰਬ ਸ਼ਕਤੀਮਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰੂ ਜੀ ਨੇ ਬਚਨ ਕਹੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤੈ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ, ਤਾਰੋਹ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾਂ ਊਹਾਂ ਤੁਹਾਰੋ ਧੋਰਾ। ਕੀਤੇ ਕਉ ਮੇਰੈ ਸੰਮਾਨੈ, ਕਰਨ ਹਾਰ ਤ੍ਰਿਣ ਜਾਣੈ। ਤੂੰ ਦਾਤਾ ਮੰਗਨ ਕਉ ਸਗਲੀ, ਦਾਨ ਦੇਹ ਪ੍ਰਭ ਭਾਨੈ। ਖਿਨ ਮਹਿ ਅਵਰ, ਖਿਨੈ ਮਹਿ ਅਵਰਾ। ਇੱਕ ਖਿਨ ਵਿੱਚ ਕੁਛ ਕਰ ਦਿੰਦਾ, ਅਗਲੇ ਖਿਨ ਵਿੱਚ ਕੁਛ ਕਰ ਦਿੰਦਾ। ਇੱਕ ਖਿਨ ਵਿੱਚ ਅਗਲੇ ਨੂੰ ਰਾਜ ਗੱਦੀ 'ਤੇ ਬਿਠਾ ਦਿੰਦਾ, ਅਗਲੇ ਖਿਨ ਵਿੱਚ ਉਹਨੂੰ ਪੈਰਾਂ 'ਚ ਬਿਠਾਇਆ ਹੁੰਦਾ, ਰਾਜ ਗੱਦੀ 'ਤੇ ਕੋਈ ਹੋਰ ਹੁੰਦਾ। ਇਹ ਤੇਰੇ ਕੌਤਕ ਨੇ ਨਾ। ਖਿਨ ਮਹਿ ਅਵਰ, ਖਿਨੈ ਮਹਿ ਅਵਰਾ। ਅਚਰਜ ਚਲਤ ਤੁਮਾਰੇ, ਤੇਰੇ ਚਲਤ, ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਅੱਜ ਤੱਕ ਕਿਸੇ ਦੀ ਸਮਝ 'ਚ ਨਹੀਂ ਆਏ। ਕਈ ਬੰਦੇ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ, ਉਹ ਕਹਿੰਦੇ ਪਾਵਰ ਨਾਲ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਪਰ ਪਤਾ ਉਹਨਾਂ ਨੂੰ ਵੀ ਨਹੀਂ ਲੱਗਦਾ ਜਿਹੜੀ ਪਾਵਰ ਦਾ, ਜਿਹੜੀ ਕੁਰਸੀ ਦਾ ਮਾਣ ਕਰਦੇ, ਅਗਲੇ ਸਕਿੰਟ 'ਚ ਕੁਰਸੀ ਉਹਨਾਂ ਦੇ ਕੋਲ ਵੀ ਨਹੀਂ ਹੁੰਦੀ। ਨਿਹੱਥੇ ਹੁੰਦੇ, ਹੱਥਲ ਹੋ ਜਾਂਦੇ ਉਸ ਪਾਵਰ ਤੋਂ। ਇਹ ਪਰਮੇਸ਼ਰ ਦੀ ਖੇਡ ਹੈ। ਤਾਂ ਹੀ ਤੇ ਸਤਿਗੁਰੂ ਜੀ ਕਹਿੰਦੇ ਉਹਦੇ ਤੋਂ ਡਰਦੇ ਹੀ ਰਹਿਣਾ ਚਾਹੀਦਾ। ਉਹਦੇ ਗਾੜੀ ਨਹੀਂ ਕਦੀ ਵੀ ਬੰਦੇ ਨੂੰ ਆਕੜਨਾ ਚਾਹੀਦਾ। ਜੇ ਕੁਝ ਪੱਲੇ ਹੈਗਾ ਤੇ ਉਹਦੇ ਗਾੜੀ ਹੱਥ ਜੋੜਨਾ ਚਾਹੀਦਾ ਵੀ ਤੂੰ ਕਿਰਪਾ ਕਰਕੇ ਬਖਸ਼ਿਆ, ਨਹੀਂ ਤੇ ਮੈਂ ਕਾਹਦੇ ਜੋਗਾ। ਇਹ ਤੇਰੀ ਰਹਿਮਤ ਹੈ, ਇਹ ਤੇਰੀ ਕਿਰਪਾ। ਸਤਿਗੁਰੂ ਸਾਹਿਬ ਜੀ ਕਹਿੰਦੇ, ਖਿਨ ਮਹਿ ਅਵਰ, ਖਿਨੈ ਮਹਿ ਅਵਰਾ। ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ। ਹਾ ਉੱਚੋ ਅਗਮ ਅਪਾਰੇ, ਸਾਧ ਸੰਗ ਜੋ ਤੁਮੈ ਮਿਲਾਇਓ। ਤਉ ਸੁਨੀ ਤੁਮਾਰੀ ਬਾਣੀ, ਆਨੰਦ ਭਇਆ ਪੇਖਤ ਹੀ ਨਾਨਕ। ਪ੍ਰਤਾਪ ਪੁਰਖ ਨਿਰਬਾਣੀ। ਬਾਬਾ ਨਾਨਕ ਸਾਹਿਬ ਜੀ ਕਹਿੰਦੇ ਉਹ ਇਹੋ ਜਿਹਾ ਵਾ, ਸ਼ੀਹਾਂ ਬਾਜਾਂ ਚਰਗਾਂ ਕੋਹੀਆਂ, ਇਹਨਾਂ ਖਵਾਲੇ ਘਾਹ ਖਾਨ ਤਿੰਨਾ ਮਾਸ ਖਵਾਲੇ। ਏਤ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ। ਜਿੱਥੇ ਵੱਡੇ ਵੱਡੇ ਸਮੁੰਦਰ ਸਨ, ਉੱਥੇ ਰੇਤ ਦੇ ਟਿੱਲੇ ਲਾ ਦਿੰਦਾ, ਖੁਸ਼ਕ। ਕਈ ਸੌ ਬੋਰ ਕਰਨ 'ਤੇ ਵੀ, ਕਈ ਸੌ ਫੁੱਟ ਬੋਰ ਕਰਨ 'ਤੇ ਵੀ ਪਾਣੀ ਨਹੀਂ ਥੱਲਿਓਂ ਲੱਭਦਾ। ਜਿੱਥੇ ਸਮੁੰਦਰ ਹੁੰਦੇ ਉੱਥੇ ਮਾਰੂਥਲ ਬਣਾ ਦਿੰਦਾ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ। ਜਿੱਥੇ ਮਾਰੂਥਲ ਹੁੰਦਾ, ਰਾਜਸਥਾਨ ਵਰਗਾ ਇਲਾਕਾ, ਉੱਥੇ ਸਮੁੰਦਰ ਵੀ ਬਣਾ ਦਿੰਦਾ। ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ। ਪਰ ਬੰਦਾ ਜਿਹੜਾ ਨਾ, ਜਦੋਂ ਪਾਵਰ ਹੋਵੇ ਨਾ, ਥੋੜ੍ਹੀ ਜਿਹੀ ਵੀ ਹੋਵੇ, ਇਹਦੇ ਕੋਲੋਂ ਸਾਂਭੀ ਨਹੀਂ ਜਾਂਦੀ ਅਤੇ ਭੁੜਕਦਾ ਫਿਰਦਾ। ਅਤੇ ਜਦੋਂ ਕੰਮ ਹੋ ਜਾਂਦਾ ਖਰਾਬ, ਫਿਰ ਰੋਂਦਾ ਵੀ ਆ ਵੀ ਗੱਲ ਵਿਗੜ ਗਈ ਹੁਣ। ਇਸ ਕਰਕੇ ਕਹਿੰਦੇ, ਤੂੰ ਥੋੜ੍ਹੀ ਜਿਹੀ ਪਾਵਰ ਤੇਰੇ ਕੋਲ ਆਈ ਅਤੇ ਭੁੜਕਦਾ ਫਿਰਦਾ, ਅਤੇ ਉਹਦੇ ਗਾੜੀ ਹੱਥ ਜੋੜ ਵੀ ਕਿਰਪਾ ਕਰੀ, ਆਹ ਸ਼ਕਤੀ ਮੈਨੂੰ ਦਿੱਤੀ ਓ, ਆਹ ਸਮਰੱਥਾ ਮੈਨੂੰ ਦਿੱਤੀ ਓ, ਮੈਂ ਚੰਗੇ ਪਾਸੇ ਲਾਵਾਂ, ਕਿਸੇ ਦਾ ਵੀ ਭਲਾ ਕਰ ਲਵਾਂ। ਅਤੇ ਜਦੋਂ ਕਿਸੇ ਦਾ ਕਰੂੰਗਾ, ਆਪ ਦਾ ਵੀ ਨਾਲ ਹੀ ਹੋ ਜਾਣਾ। ਅਤੇ ਜਦੋਂ ਉਸ ਪਾਵਰ ਦੇ ਨਾਲ ਕਿਸੇ ਦਾ ਬੁਰਾ ਕਰਨ ਦਾ ਯਤਨ ਕਰਦਾ ਵੀ ਆਪਣੇ ਕੋਲ ਹੈਗੀ ਜਵਾਨਾ, ਕਰਦੇ ਤੂੰ ਇੰਜ ਕਰ ਦਿਆਂਗੇ ਆਪਾਂ। ਉਹ ਪਤਾ ਉਦੋਂ ਲੱਗਦਾ ਵੀ ਕਿਸੇ ਦਾ ਬੁਰਾ ਕਰਦੇ ਕਰਦੇ ਦੂਜੇ ਗਾੜੀ ਟੋਆ ਪੁੱਟਦੇ ਪੁੱਟਦੇ ਆਪਦੇ ਗਾੜੀ ਖੂਹ ਆ ਜਾਂਦਾ। ਉਦੋਂ ਪਤਾ ਲੱਗਦਾ ਜਦੋਂ ਉਹਦੇ ਵਿੱਚ ਡਿੱਗਦਾ।
ਉਹ ਪਰਮੇਸ਼ਰ ਬੇਅੰਤ ਆ, ਤੇ ਜੋ ਉਹਨੂੰ ਭਾਉਂਦਾ ਹੁੰਦਾ ਉਹੀ ਆ। ਬੰਦਾ ਕਿੰਨੇ ਵੀ ਦਮ ਗਜੇ ਮਾਰੀ ਜਾਂਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਘਾਹੋ ਖਾਨ ਤਿੰਨਾ ਮਾਸ ਖਵਾਲੇ, ਏਤ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਕੀੜਾ ਦਾ ਥਾਪ ਦੇ ਪਾਤਸ਼ਾਹੀ। ਗਰੀਬਾਂ ਨੂੰ ਬਾਦਸ਼ਾਹ ਬਣਾ ਦਿੰਦਾ ਹੈ। ਲਸ਼ਕਰ ਕਰੇ ਸੁਆਹ, ਵੱਡੀਆਂ ਵੱਡੀਆਂ ਫੌਜਾਂ ਬਰਬਾਦ ਕਰ ਦਿੰਦਾ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ, ਜੇਤੇ ਜੀ ਜੀਵੈ ਲੈ ਸਾਹ, ਜੀਵਾਲੇ ਤਾਂ ਕੇ ਅਸਾਹ, ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇਖ ਗਰਾਹ। ਉਹ ਪਰਮੇਸ਼ਰ ਐਸਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਇਸ ਕਰਕੇ ਬਾਦਸ਼ਾਹ ਇਹ ਤਿੰਨ ਮਿਰਚਾਂ ਇਸ ਗੱਲ ਦਾ ਸੂਚਕ ਨੇ। ਤੂੰ ਚਾਹੁੰਦਾ ਹੈ ਵੀ ਦੋ ਧਰਮਾਂ ਤੋਂ ਇੱਕ ਕਰ ਦੇਵਾਂ, ਉਹ ਪਰਮੇਸ਼ਰ ਇਹ ਨਹੀਂ ਚਾਹੁੰਦਾ, ਉਹ ਦੋ ਤੋਂ ਤਿੰਨ ਕਰਨੇ ਚਾਹੁੰਦਾ। ਇਸ ਕਰਕੇ ਤੂੰ ਕਿੰਨਾ ਵੀ ਯਤਨ ਕਰ ਲਾ, ਤੇਰੇ ਮਨ ਦੀ ਇੱਛਾ ਪੂਰਨ ਨਹੀਂ ਹੋਵੇਗੀ ਕਦੇ ਵੀ। ਸਕਲ ਖਲਕ ਖਾਲਕ ਕੀ ਗਾਈ ਹੈ। ਇਹ ਸਾਰੀ ਖਲਕਤ ਜਿਹੜੀ ਉਸ ਖਾਲਕ ਮਾਲਕ ਦੀ ਹੀ ਕਹੀ ਜਾਂਦੀ ਹੈ। ਇਸ ਮੈਂ ਆਪਾ ਨਹੀਂ ਜਨਾਈ ਹੈ। ਇਹਦੇ ਵਿੱਚ ਤੇ ਆਪਣਾ ਆਪ ਕਦੀ ਜਣਾਉਣਾ ਹੀ ਨਹੀਂ ਚਾਹੀਦਾ। ਜੇ ਰੱਬ ਨੇ ਕੋਈ ਗੁਣ ਦੇ ਦਿੱਤਾ ਨਾ ਪਰਮੇਸ਼ਰ ਨੇ, ਜੇ ਕਿਸੇ ਦੇ ਕੋਲ ਥੋੜ੍ਹੀ ਜਿਹੀ ਮਾਇਆ ਦੂਜਿਆਂ ਨੂੰ ਵਾਧਾ, ਕਿਸੇ ਦੇ ਕੋਲ ਸਿਆਣਪ ਅਕਲ ਜ਼ਿਆਦੀ ਆ, ਕਿਸੇ ਨੂੰ ਉਹਨੇ ਕੋਈ ਗੁਣ ਦੇ ਦਿੱਤਾ, ਕਿਸੇ ਨੂੰ ਉਹਨੇ ਕੋਈ ਕੁਰਸੀ ਪਦਵੀ ਬਖਸ਼ ਦਿੱਤੀ ਹੈ, ਤੇ ਕਹਿੰਦੇ ਆਪਾਂ ਆਪ ਨਹੀਂ ਜਣਾਉਣਾ ਚਾਹੀਦਾ, ਉਹਦੇ ਗਾੜੀ ਹੱਥ ਹੀ ਜੋੜਨੇ ਚਾਹੀਦੇ। ਜਿਹੜਾ ਦੇ ਦਿੰਦਾ ਖੋਣ ਲੱਗਿਆਂ ਵੀ ਟਾਈਮ ਨਹੀਂ ਲੱਗਦਾ ਉਹਨੂੰ। ਜਿਹੜਾ ਦੇ ਦਿੰਦਾ ਨਾ, ਉਹ ਬਰਬਾਦ ਕਰਨ ਲੱਗਿਆਂ ਵੀ ਉਹਨੂੰ ਟਾਈਮ ਨਹੀਂ ਲੱਗਦਾ। ਉਹਨੂੰ ਪੁੱਛਣਾ ਥੋੜ੍ਹੀ ਪੈਂਦਾ, ਉਹਨੂੰ ਕਿਸੇ ਦੇ ਕੋਲੋਂ ਕੋਈ ਆਰਡਰ ਥੋੜ੍ਹਾ ਲੈਣਾ ਪੈਂਦਾ ਵੀ ਆਹ ਕੰਮ ਕਰਦੇ ਆ ਕਿ ਨਾ ਕਰਦੇ ਆ। ਆਰਡਰ ਤੇ ਦੂਰ, ਉਹਨੇ ਕਿਸੇ ਦੀ ਸਲਾਹ ਵੀ ਨਹੀਂ ਲੈਣੀ ਵੀ ਮੈਂ ਆਹ ਕਰਨ ਲੱਗਾ। ਜੋ ਉਹਨੂੰ ਭਾਉਂਦਾ ਉਹਨੇ ਕਰ ਹੀ ਦੇਣਾ। ਇਸ ਕਰਕੇ ਉਹਦੇ ਗਾੜੀ ਤੇ ਹੱਥ ਹੀ ਜੋੜਨੇ ਚਾਹੀਦੇ ਆ। ਉਹਦੇ ਗਾੜੀ ਹੱਥ ਜੋੜ ਕੇ ਕਹਿਣਾ ਚਾਹੀਦਾ, ਜਿਵੇਂ ਸਤਿਗੁਰੂ ਜੀ ਕਹਿੰਦੇ, ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਤੇ ਉਹਦੇ ਉਲਟ ਨਹੀਂ ਉਹ ਚੱਲਣਾ ਚਾਹੀਦਾ। ਜਿਹੜਾ ਉਹਦੀ ਮਰਜ਼ੀ ਦੇ ਉਲਟ ਚੱਲਣ ਦਾ ਯਤਨ ਕਰਦਾ ਨਾ, ਵੀ ਮੈਂ ਆਪਣੀ ਮਰਜ਼ੀ ਨਾਲ ਕਰੂੰਗਾ, ਉਹ ਸੰਸਾਰ ਵਿੱਚ ਦੁਖੀ ਹੁੰਦਾ, ਉਹ ਚੋਟਾਂ ਖਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਇਹ ਸਾਰੀ ਖਲਕਤ ਉਸ ਖਾਲਕ ਦੀ ਬਣਾਈ ਹੋਈ ਹੈ, ਤੇ ਇਹਦੇ ਵਿੱਚ ਕਦੀ ਵੀ ਆਪਣਾ ਆਪ ਨਹੀਂ ਜਣਾਉਣਾ ਚਾਹੀਦਾ ਵੀ ਮੈਂ ਬੜਾ ਵੱਡਾ ਜੇ, ਮੈਂ ਬੜਾ ਸਿਆਣਾ ਜੇ, ਮੇਰੇ ਕੋਲ ਪਾਵਰ ਬੜੀ ਹੈ। ਆਪਨ ਧਰਮ ਸਭ ਹਿਨ ਕੋ ਪਿਆਰ। ਬਾਦਸ਼ਾਹ ਆਪਣਾ ਆਪਣਾ ਧਰਮ ਸਾਰਿਆਂ ਨੂੰ ਪਿਆਰਾ। ਤੈਨੂੰ ਮੁਸਲਮਾਨ ਧਰਮ ਪਿਆਰਾ, ਆਪਣਾ ਧਰਮ। ਇਸੇ ਤਰ੍ਹਾਂ ਜਿਹੜੇ ਹਿੰਦੂ ਨੇ ਉਹਨਾਂ ਨੂੰ ਵੀ ਤੇ ਆਪਣਾ ਧਰਮ ਪਿਆਰਾ ਹੈ। ਸੁਖ ਕਾਂਖੀ ਨਹਿ ਤਜੇ ਦੁਖਾਰੋ। ਹਾਂ, ਸੁਖ ਕਾਂਖੀ ਨਹਿ ਤਜੇ ਦੁਖਾਰੋ। ਜਿਹੜੇ ਸੁੱਖ ਦੀ ਇੱਛਾ ਰੱਖਣ ਵਾਲੇ ਨਾ, ਉਹ ਦੁਖੀ ਹੋ ਕੇ ਵੀ ਨਹੀਂ ਛੱਡਦੇ। ਭਾਵ ਜਿਹੜੇ ਸੁੱਖ ਦੀ ਇੱਛਾ ਰੱਖਣ ਵਾਲੇ, ਉਹ ਕਦੀ ਦੁਖੀ ਹੋ ਕੇ ਵੀ ਆਪਣਾ ਧਰਮ ਨਹੀਂ ਛੱਡਦੇ। ਨਿਜ ਨਿਜ ਧਰਮ ਰਾਖ ਹੀ ਜੋਏ। ਆਪੋ ਆਪਣਾ ਧਰਮ ਜਿਹੜਾ ਰੱਖਦਾ ਹੈ, ਉੱਤਮ ਗਤ ਸੋ ਪ੍ਰਾਪਤ ਹੋਏ। ਉਸ ਜੀਵ ਨੂੰ ਉੱਤਮ ਗਤ ਦੀ ਪ੍ਰਾਪਤੀ ਹੁੰਦੀ, ਜਿਹੜਾ ਆਪਣੇ ਆਪਣੇ ਧਰਮ ਵਿੱਚ ਪਰਪੱਕ ਰਹਿੰਦਾ। ਤੇ ਜਿਹੜਾ ਲਾਲਚ ਦੇ ਮਗਰ ਆ ਕੇ ਕਦੀ ਉਹਨਾਂ ਦਾ ਝੰਡਾ ਚੁੱਕ ਲਿਆ, ਕਦੀ ਉੱਧਰ ਨੂੰ ਤੁਰ ਪਿਆ, ਕਦੀ ਉਹ ਨਾਅਰਾ ਲਾਉਣ ਲੱਗ ਪਿਆ, ਉਹ ਸੁੱਖ ਨਹੀਂ ਜੇ ਲੈਂਦਾ। ਇੱਥੇ ਵੀ ਕਿਸੇ ਸਤਿਕਾਰ ਮਾਣ ਦਾ ਪਾਤਰ ਨਹੀਂ ਬਣਦਾ, ਤੇ ਪਰਮੇਸ਼ਰ ਵੱਲੋਂ ਵੀ ਉਹਨੂੰ ਕੋਈ ਸੁੱਖ ਨਹੀਂ ਮਿਲਦਾ। ਜਿਹੜਾ ਆਪਣੇ ਧਰਮ ਵਿੱਚ ਜਿਹੜਾ ਪਰਪੱਕ ਹੈ ਔਰ ਆਪਣੇ ਧਰਮ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰਦਾ, ਉਹ ਆਦਰ ਸਤਿਕਾਰ ਮਾਣ ਪ੍ਰਾਪਤ ਕਰਦਾ ਹੈ। ਪਰੰਪਰਾ ਕੀ ਰੀਤ ਮਹਾਨੀ। ਇਹ ਜਿਹੜੀ ਪਰੰਪਰਾ ਦੀ ਰੀਤੀ ਮਰਜ਼ਾਦਾ ਹੈ, ਮਹਾਨ ਹੈ। ਕੌਣ ਸਕੇ ਇਸ ਕੋ ਕਰ ਹਾਨੀ। ਕੌਣ ਹੈ ਜਿਹੜਾ ਇਹਨੂੰ ਹਾਨ ਕਰ ਸਕਦਾ? ਪਰਮੇਸ਼ਰ ਦੀ ਬਣਾਈ ਹੋਈ ਪਹਿਲਾਂ ਤੋਂ ਚੱਲੀ ਆਉਂਦੀ ਰੀਤੀ। ਇਹ ਭੂਤਲ ਪਰ ਭਏ ਕਨੇਰੇ। ਬਾਦਸ਼ਾਹ ਇਸ ਧਰਤੀ ਉੱਪਰ ਬਹੁਤੇ ਹੋਏ ਹਨ, ਤੇਜਵੰਤ ਸਮਰੱਥ ਵਡੇਰੇ। ਵੱਡੇ ਵੱਡੇ ਤੇਜਵੰਤ, ਬਹੁਤੀ ਵੱਡੀ ਸਮਰੱਥਾ ਵਾਲੇ
ਜਿਨ੍ਹਾਂ ਦੇ ਵਿੱਚ ਬਹੁਤਾ ਵੱਡਾ ਬਲ ਸੀ। ਗਰਬਤ ਗਮਨਤ ਜੋ ਵਿਪਰੀਤ, ਜਿਹੜੇ ਹੰਕਾਰ ਦੇ ਸਹਿਤ ਹੋ ਕੇ ਪਰਮੇਸ਼ਰ ਦੇ ਉਲਟ ਚੱਲਦੇ ਸਨ, ਉਹਦੇ ਹੁਕਮ ਦੇ ਉਲਟ ਚੱਲਦੇ ਸਨ। ਮੂਲ ਸਮੇਤ ਜਾਗ ਸੋ ਬੀਤ, ਤੇ ਮੂਲ ਦੇ ਸਮੇਤ ਹੀ ਉਹ ਬੀਤ ਗਏ ਹੀ, ਉਹਨਾਂ ਦਾ ਨਾਮੋ ਨਿਸ਼ਾਨ ਵੀ ਕਿਤੇ ਨਹੀਂ ਲੱਭਦਾ। ਜਿਹੜੇ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹਿ ਕੇ ਜ਼ਿੰਦਗੀ ਬਸਰ ਕੀਤੀ, ਉਹਨਾਂ ਸਤਿਕਾਰ ਮਾਣ ਪ੍ਰਾਪਤ ਕੀਤਾ। ਤੇ ਜਿਨ੍ਹਾਂ ਨੂੰ ਆਪਣੇ ਬਲ ਦਾ ਹੰਕਾਰ ਹੋ ਗਿਆ, ਜਿਹੜੇ ਆਪਣੇ ਆਪ ਨੂੰ ਵੱਡੀ ਸਮਰੱਥਾ ਵਾਲਾ ਸਮਝਦੇ ਰਹੇ ਤੇ ਉਹਦੀ ਮਰਜ਼ੀ ਦੇ ਉਲਟ ਚੱਲਣ ਦਾ ਯਤਨ ਕਰਦੇ, ਉਹਦਾ ਮੁਕਾਬਲਾ ਕਰਦੇ ਰਹੇ, ਉਹ ਬੀਤ ਗਏ ਸੰਸਾਰ ਤੋਂ। ਉਹਨਾਂ ਦਾ ਕੋਈ ਨਹੀਂ ਕੱਖ ਨਹੀਂ ਲੱਭਦਾ। ਜਿਸ ਪ੍ਰਭ ਨੇ ਇਹ ਜੀਵ ਉਪਾਏ, ਜਿਸ ਪਰਮੇਸ਼ਰ ਨੇ ਇਹ ਜੀਵ ਪੈਦਾ ਕੀਤੇ ਹਨ, ਬਣਾਏ ਹਨ, ਰਛਕ ਹੋਏ ਸੋ ਬਨੇ ਸਹਾਏ। ਉਹੋ ਹੀ ਸਾਰਿਆਂ ਦੀ ਰੱਖਿਆ ਕਰਦਾ, ਸਾਰਿਆਂ ਦੀ ਸਹਾਇਤਾ ਕਰਦਾ। ਨਹੀਂ ਤੇ ਬੰਦਾ ਬੰਦੇ ਨੂੰ ਜੀਣ ਦਿੰਦਾ? ਬੰਦਾ ਤੇ ਚਾਹੁੰਦਾ ਵੀ ਮੈਂ ਹੀ ਹੋਵਾਂ, ਮੇਰੀ ਬੱਲੇ ਬੱਲੇ ਹੋਵੇ, ਬਾਕੀ ਸਾਰੇ ਮੈਨੂੰ ਮੱਥੇ ਟੇਕੀ ਜਾਣ, ਮੇਰੇ ਗਾੜੀ ਹੱਥ ਜੋੜੀ ਜਾਣ ਤੇ ਮੈਂ ਹੀ ਫੂੰ ਫੂੰ ਕਰਦਾ ਫਿਰਾਂ। ਪਰ ਨਹੀਂ, ਪਰਮੇਸ਼ਰ ਨੂੰ ਜੋ ਭਾਉਂਦਾ ਉਹ ਹੁੰਦਾ। ਉਹ ਜਿੰਨੇ ਬਣਾਏ ਆ ਉਹ ਰੱਖਿਆ ਵੀ ਉਹਨਾਂ ਦੀ ਕਰਦਾ। ਉਹ ਕਹਿੰਦਾ ਤੂੰ ਜੋ ਮਰਜ਼ੀ ਜਿੰਨਾ ਮਰਜ਼ੀ ਜ਼ੋਰ ਲਾ ਲਾ, ਜੋ ਮੈਂ ਕਰਨਾ ਹੋਣਾ ਤੇ ਉਹੋ ਹੀ ਆ, ਤੇਰੇ ਆਖੇ ਕੱਖ ਨਹੀਂ ਹੋਣਾ। ਜੋ ਉਹਨੂੰ ਭਾਉਂਦਾ ਹੁੰਦਾ ਉਹ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਧੱਕਾ ਨਹੀਂ ਕਰਨਾ ਚਾਹੀਦਾ ਵੀ ਮੇਰੇ ਕੋਲ ਪਾਵਰ ਆ ਤੇ ਮੈਂ ਧੱਕਾ ਕਰਾਂ। ਇਹ ਨਹੀਂ, ਧੱਕਾ ਨਹੀਂ ਕਿਸੇ ਨਾਲ ਕਰਨਾ ਚਾਹੀਦਾ। ਜੋ ਉਹਨੇ ਪੈਦਾ ਕੀਤੇ ਨੇ, ਇਹਨਾਂ ਦੀ ਰੱਖਿਆ ਵੀ ਉਹ ਆਪ ਹੀ ਕਰਦਾ ਹੈ। ਅਪਰਬ ਕੀ ਸ਼ਕਤੀ ਹੈ, ਹੋਰ ਕਿਸੇ ਦੇ ਵਿੱਚ ਕੀ ਸ਼ਕਤੀ ਹੈ, ਹੋਰ ਕਿਸੇ ਦੇ ਵਿੱਚ ਕੀ ਸਮਰੱਥਾ ਹੈ। ਕਰਮ ਕੋ ਕਰਮ ਕਰਨ ਕੋ ਚਾਹ, ਹਾਂ, ਕੋਈ ਕਰਮ ਸ਼ੁਭ ਕਰਨੇ ਚਾਹੁੰਦਾ, ਕੋਈ ਕੁਕਰਮ। ਕੋਈ ਕਹਿੰਦਾ ਖੋਟਾ ਕਰਮ ਕਰੋ ਤੇ ਇਹਦਾ ਬੇੜਾ ਗਰਕ ਕਰ ਦਿਓ, ਇਹਦਾ ਕੰਮ ਬਰਬਾਦ ਕਰ ਦਿਓ, ਇਹਨੂੰ ਰੁਲਾ ਦਿਓ। ਕੋਈ ਇਸ ਤਰ੍ਹਾਂ ਕਰਨੇ ਚਾਹੁੰਦਾ, ਕੋਈ ਚੰਗੇ ਕਰਨੇ ਚਾਹੁੰਦਾ। ਜਾਂ ਤੇ ਮਿਰਚਨ ਕੋ ਦ੍ਰਿਸ਼ਟਾਂਤ, ਇਸ ਕਰਕੇ ਆ ਮਿਰਚਾਂ ਦਾ ਤੈਨੂੰ ਦ੍ਰਿਸ਼ਟਾਂਤ ਦਿੱਤਾ ਵੀ ਖੁਦਾ ਦੀ ਇੱਛਾ ਨਹੀਂ ਇੱਕ ਹੋ ਜਾਵੇ, ਖੁਦਾ ਦੀ ਇੱਛਾ ਨਹੀਂ ਵੀ ਹਿੰਦੂ ਨਾਸ ਹੋ ਜਾਣ। ਪ੍ਰਭ ਮਰਜੀ ਦੇਖਣ ਬਖਿਆਤ, ਇਹ ਪਰਮੇਸ਼ਰ ਦੀ ਮਰਜ਼ੀ ਪ੍ਰਤੱਖ ਵੇਖਣ ਵਾਸਤੇ। ਇੱਕ ਹੋਏ ਨਾ ਇੱਕ ਦੋਏ ਨਾ ਰਹਿ, ਹਾਂ, ਨਾ ਤੇ ਇਹ ਦੋਵੇਂ ਇੱਕ ਹੋਣਗੇ ਤੇ ਨਾ ਹੀ ਦੋਏ ਨਾ ਰਹੇ, ਨਾ ਇਹ ਦੋਵੇਂ ਹੀ ਰਹਿਣਗੇ। ਬਨੇ ਤੀਨ ਪੁਣ ਥਿਰਤਾ ਲਹਿ, ਕੀ ਹੋਵੇਗਾ? ਦੋ ਤੋਂ ਇੱਕ ਵੀ ਨਹੀਂ ਹੋਵੇਗਾ ਤੇ ਦੋਵੇਂ ਵੀ ਨਹੀਂ ਰਹਿਣਗੇ, ਸਗੋਂ ਦੋ ਤੋਂ ਤਿੰਨ ਹੋ ਜਾਣਗੇ। ਇਹ ਖੁਦਾਏ ਕੀ ਲਖੋ ਰਜਾਏ, ਇਹ ਖੁਦਾ ਦੀ ਰਜਾਈ, ਇਹ ਪਰਮੇਸ਼ਰ ਦੀ ਰਜਾ ਹੈ, ਇਹ ਉਹਦਾ ਹੁਕਮ, ਇਹ ਉਹਦੀ ਮਰਜ਼ੀ ਹੈ ਵੀ ਉਹ ਦੋ ਤੋਂ ਤਿੰਨ ਕਰਨੇ ਚਾਹੁੰਦਾ। ਸਤਿਗੁਰੂ ਜੀ ਦਾ ਇਸ਼ਾਰਾ ਇਹ ਸੀ ਵੀ ਹੁਣ ਖਾਲਸਾ ਪੰਥ ਵੀ ਸਾਜਿਆ ਜਾਣਾ ਨਾ, ਇਹ ਦੋ ਤੋਂ ਤਿੰਨ ਹੋ ਜਾਣੇ। ਤੂੰ ਦੋ ਤੋਂ ਇੱਕ ਕਰਨੇ ਚਾਹੁੰਦਾ, ਪਰ ਦੋ ਤੋਂ ਇੱਕ ਵੀ ਨਹੀਂ ਹੋਣਾ, ਇਹ ਦੋਵੇਂ ਵੀ ਨਹੀਂ ਰਹਿਣੇ ਤੇ ਦੋ ਤੋਂ ਵੀ ਤਿੰਨ ਹੋ ਜਾਣੇ ਨੇ। ਇਹ ਖੁਦਾ ਦੀ ਮਰਜ਼ੀ ਹੈ। ਜਿਸ ਕੋ ਕੋਈ ਨ ਸਕੇ ਮਟਾਏ, ਇਹਨੂੰ ਕੋਈ ਵੀ ਨਹੀਂ ਮੇਟ ਸਕਦਾ, ਕੋਈ ਵੀ ਇਹਨੂੰ ਬਦਲ ਨਹੀਂ ਸਕਦਾ। ਚਲਬ ਸਰੀ ਪ੍ਰਭ ਕੇ ਅਨੁਸਾਰੀ, ਇਸ ਕਰਕੇ ਪਰਮੇਸ਼ਰ ਦੇ ਅਨੁਸਾਰ ਹੀ ਚੱਲਣਾ ਚਾਹੀਦਾ। ਮੈਂ ਐਂਕੜ ਨਹੀਂ ਕਰਨੀ ਚਾਹੀਦੀ ਵੀ ਮੈਂ ਬਾਦਸ਼ਾਹ ਤੇ ਮੇਰੇ ਕੋਲ ਪਾਵਰ ਬੜੀ, ਮੈਂ ਆਹ ਕਰ ਦੂੰ। ਉਹਦੇ ਹੁਕਮ ਵਿੱਚ ਚੱਲਣਾ ਚਾਹੀਦਾ ਜੇ ਸੁਖ ਲੈਣਾ ਹੈ ਤਾਂ। ਧਰਮ ਰੀਤੇ ਲਖੋ ਹਮਾਰੀ, ਇਹ ਸਾਡੀ ਧਰਮ ਦੀ ਰੀਤੀ ਮਰਜ਼ਾਦਾ ਤੂੰ ਜਾਣ ਲੈਣਾ ਕਰ ਵੀ ਉਹਦੇ ਹੁਕਮ ਵਿੱਚ, ਉਹਦੀ ਆਗਿਆ ਵਿੱਚ ਚੱਲਣਾ ਚਾਹੀਦਾ ਹੈ। ਦੋਹਰਾ ਕਾਰਾਗ੍ਰਹਿ ਮੈਂ ਸਤਿਗੁਰ ਪਾਠ ਦੀਨੇ ਤੁਰਕੇਸ਼, ਇਸ ਤਰ੍ਹਾਂ ਸਤਿਗੁਰੂ ਜੀ ਨੇ ਜਵਾਬ ਦਿੱਤਾ ਤੇ ਸਤਿਗੁਰੂ ਸਾਹਿਬ ਜੀ ਨੂੰ ਕਾਰਾਗ੍ਰਹਿ ਦੇ ਵਿੱਚ ਭੇਜ ਦੇਣਾ ਕੀਤਾ ਹੈ। ਅਰਦੇ ਵਿਚਾਰ ਉਚਾਰਤ ਬੈਠੀ ਸਭਾ ਅਸ਼ੇਸ਼, ਸਾਰੀ ਸਭਾ ਬੈਠੀ ਹੋਈ ਹੈ
ਤੇ ਉੱਥੇ ਬੈਠਾ ਹੋਇਆ ਨਰੰਗਾ ਮਨ ਵਿੱਚ ਵਿਚਾਰਦਾ ਤੇ ਕਹਿੰਦਾ ਹੈ, ਚਉਪਈ ਇਹ ਹਿੰਦਨ ਕੋ ਗੁਰੂ ਕਹਾਵੈ। ਇਹ ਗੁਰੂ ਜਿਹੜਾ ਹਿੰਦੂਆਂ ਦਾ ਪੱਖ ਲੈਂਦਾ ਹੈ, ਅਜਮ ਦੇਸ ਮੈਂ ਦ੍ਰਿਸ਼ਟ ਸੁਆਵੈ। ਤੇ ਇਹਦੇ ਵਿੱਚ ਸ਼ਕਤੀ ਵੀ ਹੈਗੀ ਆ। ਇਹ ਵੀ ਗੱਲ ਆਪਾਂ ਨੂੰ ਦਿਸਦੀ ਵੀ ਸ਼ਕਤੀ ਕਰਾਮਾਤ ਵੀ ਇਹਦੇ ਵਿੱਚ ਹੈ। ਅਗਨ ਬਰਿੰਦ ਮੈਂ ਮਿਰਚ ਤੀਨ। ਹਾਂ, ਬਹੁਤ ਸਾਰੀ ਅੱਗ ਦੇ ਵਿੱਚ, ਬਹੁਤੀ ਅੱਗ ਦੇ ਵਿੱਚ ਇੰਨੀਆਂ ਮਿਰਚਾਂ ਵਿੱਚੋਂ 3 ਮਿਰਚਾਂ ਜਲਨ ਨ ਦਈ ਦਿਖਾਵਨ ਕੀਨਾ। ਇਹਨੇ ਸੜਨ ਨਹੀਂ ਦਿੱਤੀਆਂ ਤੇ ਮੈਨੂੰ 3 ਜਿਹੜੀਆਂ ਸਾਬਤ ਵਿਖਾਈਆਂ ਹਨ। ਅਪਰ ਪੰਚ ਮਨ ਸਗਰੀ ਜਰੀ। ਹੋਰ ਜਿੰਨੀਆਂ ਸਨ ਨਾ 5 ਮਣ, ਬਾਕੀ ਸਾਰੀਆਂ ਸੜ ਕੇ ਸਵਾਹ ਹੋ ਗਈਆਂ ਨੇ। ਬਿਨਾ ਤੀਨ ਤੇ ਇੱਕ ਨਾ ਉਬਰੀ। ਇਹਨਾਂ 3 ਤੋਂ ਬਿਨਾ ਹੋਰ ਕੋਈ ਨਹੀਂ ਬਚੀ, ਬਾਕੀ ਸਾਰੀਆਂ ਸੜ ਕੇ ਸਵਾਹ ਹੋ ਗਈਆਂ, 3 ਬਚੀਆਂ ਹਨ। ਕਰਾਮਾਤ ਨਹੀਂ ਦਿਖਾਵੈ। ਪਰ ਇਹ ਕਰਾਮਾਤ ਨਹੀਂ ਵਿਖਾਉਣਗੇ। ਪਾਠ ਕਲਮ ਨ ਸ਼ਰਮ ਆਵੈ। ਤੇ ਨਾ ਇਹਨਾਂ ਨੇ ਕਲਮਾ ਪੜ੍ਹਨਾ, ਨਾ ਸ਼ਰ੍ਹਾ ਦੇ ਵਿੱਚ ਆਉਣਾ ਹੈ। ਆਪਣੇ ਹੱਠ ਕੋ ਦਿੜ ਕਰ ਪਾਲੈ। ਇਹਨਾਂ ਜਿਹੜਾ ਆਪਣਾ ਹੱਠ ਧਾਰਨ ਕੀਤਾ ਨਾ, ਉਹਨੂੰ ਦ੍ਰਿੜ ਕਰਕੇ ਪਾਲਣਗੇ। ਹਾਂਜੀ, ਕਹੇ ਹਮਾਰੇ ਪਰ ਨ ਚੱਲੈ। ਜੋ ਅਸੀਂ ਕਹਿੰਦੇ ਆ ਨਾ ਕਿ ਆਪਾਂ ਕਹਿੰਦੇ ਸਾਂ ਵੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਈਏ, ਬਾਕੀ ਸਾਰੇ ਬਣ ਜਾਣੇ ਨੇ, ਇਹਨੇ ਆਪਣੀ ਕਹੀ ਹੋਈ ਗੱਲ ਨਹੀਂ ਮੰਨਣੀ। ਪਾਇਓ ਕੈਦ ਦੁਖ ਲਹੇ ਕਨੇਰਾ। ਇਹ ਕੈਦ ਵਿੱਚ ਪੈ ਕੇ ਬਹੁਤਾ ਦੁੱਖ ਭੋਗੇਗਾ। ਤਉ ਨ ਮਾਨਤ ਹੈ ਇੱਕ ਬੇਰਾ। ਇਹ ਗੁਰੂ ਬਹੁਤਾ ਦੁੱਖ ਭੋਗ ਲਵੇਗਾ, ਪਰ ਇਹਨੇ ਆਪਣੀ ਇੱਕ ਵੀ ਗੱਲ ਨਹੀਂ ਜੇ ਮੰਨਣੀ। ਸੁਨ ਕਰ ਸ਼ਰ੍ਹਾ ਖਾਸ ਕੇ ਬੰਦੇ। ਇਸ ਤਰ੍ਹਾਂ ਬਾਦਸ਼ਾਹ ਦੀ ਗੱਲ ਸੁਣ ਕੇ ਜਿਹੜੇ ਸ਼ਰ੍ਹਾ ਦੀ ਫਾਈ ਵਿੱਚ ਫਸੇ ਹੋਏ ਨੇ, ਨੌ ਰੰਗ ਸੰਗ ਭਾਨੇ ਮਤ ਅੰਧੇ। ਅੰਨੀ ਮੱਤ ਵਾਲੇ, ਉਹਨਾਂ ਨੂੰ ਤੇ ਬਾਦਸ਼ਾਹ ਹੀ ਵੱਡਾ ਦੀਦਾ ਵੀ ਇਹਦੇ ਕੋਲ ਪਾਵਰ ਹੈ, ਇਹਦੀ ਚਾਪਲੂਸੀ ਕਰੀ ਜਾਓ, ਜੋ ਕਹਿੰਦਾ ਦੇ ਮਗਰ ਆਪਣਾ ਉੱਲੂ ਸਿੱਧਾ ਰੱਖੋ, ਆਪਾਂ ਇਹਨੂੰ ਨਾਰਾਜ਼ ਕਾਹਦੇ ਵਾਸਤੇ ਕਰਨਾ। ਉਹ ਕਹਿਣ ਲੱਗੇ ਹਨ, ਰੱਖੋ ਕੈਦ ਤਾੜ ਨਾ ਲਹੇ। ਅੰਨੀ ਮੱਤ ਵਾਲੇ ਕਹਿੰਦੇ ਇਸ ਗੁਰੂ ਨੂੰ ਕੈਦ ਵਿੱਚ ਰੱਖੋ, ਬਹੁਤੀ ਤਾੜ ਨਾ ਕਰੋ। ਸਰਬ ਪ੍ਰਕਾਰ ਕਠਨ ਹੋਏ ਰਹੇ। ਸਭ ਤਰ੍ਹਾਂ ਕਰਕੇ ਜਦੋਂ ਬਹੁਤਾ ਦੁਖੀ ਹੋ ਜਾਵੇਗਾ, ਮਿਲ ਬੇਦੀ ਹੋ ਨ ਕਿਸ ਕੇ ਸੰਗ। ਕਿਸੇ ਦੇ ਨਾਲ ਗੁਰੂ ਨੂੰ ਮਿਲਣ ਨਾ ਦਿਓ। ਪਾਵਤ ਕਸ਼ਟ ਬੰਧ ਲਿਹੋ ਅੰਗ। ਇਹਦੇ ਅੰਗਾਂ ਨੂੰ ਬੰਨਣ ਪਾ ਦਿਓ ਜਦੋਂ ਬਹੁਤਾ ਕਸ਼ਟ ਦੁੱਖ ਭੋਗੇਗਾ। ਬਹੁਤ ਦਿਨ ਮੈਂ ਉਕਲਾਏ ਬਸਾਲੈ। ਤੇ ਬਹੁਤਿਆਂ ਦਿਨਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਬਹੁਤਾ ਦੁਖੀ ਹੋ ਜਾਵੇਗਾ, ਵਿਆਕੁਲ ਹੋ ਜਾਵੇਗਾ, ਕਹੇ ਤੁਮਹਾਰੇ ਮੈਂ ਤਬ ਚੱਲੈ। ਬਾਦਸ਼ਾਹ ਜੀ ਫਿਰ ਤੁਹਾਡੇ ਕਹੇ ਤੇ ਚੱਲ ਪਵੇਗਾ। ਫਿਰ ਜਦੋਂ ਇਹ ਦੁਖੀ ਹੋ ਗਿਆ, ਫਿਰ ਤੁਹਾਡੀ ਗੱਲ ਮੰਨੇਗਾ। ਹਿਮ ਸਰਿ ਤੇਗ ਬਹਾਦਰ ਗਏ। ਇਸ ਤਰ੍ਹਾਂ ਇਹਨਾਂ ਨੇ ਬਾਦਸ਼ਾਹ ਨੂੰ ਸਿਖਾਉਣਾ ਕੀਤਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਹਨ। ਕਾਰਾਗ੍ਰਹਿ ਮੈਂ ਬੈਠਤ ਭਏ। ਕਾਰਾਗ੍ਰਹਿ ਵਿੱਚ ਜਾ ਕੇ ਬੈਠੇ ਹਨ। ਦਿੱਲੀ ਨਗਰ ਬਸੇ ਸਿੱਖ ਗੁਰ ਕੇ। ਦਿੱਲੀ ਨਗਰ ਵਿੱਚ ਗੁਰੂ ਸਾਹਿਬ ਜੀ ਦੇ ਸਿੱਖ ਵਸਦੇ ਹਨ। ਤਾਰੇ ਪ੍ਰੇਮ ਭਾਉ ਦਿਉਰ ਕੇ। ਜਿਹੜੇ ਬਹੁਤਾ ਪ੍ਰੇਮਾ ਭਾਉ ਬਹੁਤਾ ਮਨ ਵਿੱਚ ਧਾਰਨ ਕਰਦੇ ਹਨ, ਉਹ ਸਿੱਖ ਸਤਿਗੁਰੂ ਜੀ ਦੇ ਕੋਲ ਆਉਣਗੇ, ਜਿਵੇਂ ਬੇਨਤੀ ਕਰਨਗੇ ਔਰ ਸਿਵੇਂ ਸਤਿਗੁਰੂ ਜੀ ਕੌਤਕ ਵਰਤਾਉਣਗੇ। ਇਹ ਕੱਲ੍ਹ ਦੀ ਕਥਾ ਵਿੱਚ ਇਸ ਤੋਂ ਅੱਗੇ ਪ੍ਰਸੰਗ ਕਵੀ ਜੀ ਬਿਆਨ ਕਰਨਗੇ। ਸਤਿਗੁਰੂ ਸਾਹਿਬ ਜੀ ਦਾ ਜਸ ਵਡਿਆਈ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।